ਮੰਗਾ ਸਿੰਘ ਅੰਟਾਲ ਦੀ ਪੁਸਤਕ ਸ਼ਰਾਰਤੀ ਤੱਤ ਦਾ ਅਗਲਾ ਅੰਗ ਹੈ ਲੁੱਚੀ ਸ਼ਰਤ। 10ਵੀਂ ਪਾਸ ਕਰਕੇ ਮੈਂ ਤੇ ਜੀਤ ਪਟਿਆਲੇ ਪੜ੍ਹਨ ਲੱਗ ਪਏ। ਉੱਥੇ ਹੀ ਰਹਿੰਦੇ ਰਾਤ ਦਿਨ। ਉਦੋਂ ਬਸ ਦੋ ਕੰਮ ਸੀ, ਪ੍ਰੈਕਟਿਸ ਤੇ ਸੌਣਾ ਜਾਂ ਫਿਰ ਬਚਪਨ ਦੇ ਕਿੱਸੇ ਸੁਣਾ ਕੇ ਹੱਸਦੇ ਰਹਿਣਾ। ਇਸੇ ਕਰਕੇ ਮੇਰੇ ਸਾਰੀਆਂ ਗੱਲਾਂ ਹੂ ਬਹੂ ਯਾਦ ਨੇ ਜੋ ਮੈਂ ਉੱਥੇ ਸੁਣਾਉਂਦਾ ਰਿਹਾ। ਨਹੀਂ ਤਾਂ ਮੈਂ ਕਿਹੜਾ ਕੋਈ ਡਾਇਰੀ ਵਗੈਰਾ ਲਿਖਦਾ। ਅਸੀਂ ਕਿੰਨਾ ਹੱਸਦੇ ਸੀ ਇੱਕ ਦੂਜੇ ਦੇ ਤਵੇ ਲਾ ਕੇ। ਕਮਾਲ ਦੇ ਦਿਨ ਸੀ। ਇਹ ਸਮਾਂ ਗੋਲਡਨ ਪੀਰੀਅਡ ਤੋਂ ਵੀ ਗਾਂਹ ਸੀ, ਡਾਇਮੰਡ ਪੀਰੀਅਡ। ਉਹਨਾਂ ਦਿਨਾਂ 'ਚ ਇੱਕ ਅਫਵਾਹ ਉੱਡੀ ਵੀ ਗਣੇਸ਼ ਜੀ ਮੂਰਤੀ ਦੁੱਧ ਪੀਂਦੀ ਹੈ। ਸਾਰੇ ਪਾਸੇ ਇਹੋ ਚਰਚਾ। ਗੀਤੀ ਕਹਿੰਦਾ ਉਹ ਮੇਰੇ ਚਾਚੇ ਦੇ ਗਨਮੈਨ ਨੇ ਅਮਰੀਕਾ 'ਚ ਫੋਨ ਕੀਤਾ, ਉੱਥੇ ਵੀ ਮੂਰਤੀ ਦੁੱਧ ਪੀ ਰਹੀ ਹੈ। ਹੋਰ ਵੀ ਸਾਰੇ ਇਹੋ ਕਹਿ ਰਹੇ ਸੀ। ਬਸ ਇਹਨਾਂ ਗੱਲਾਂ 'ਚ ਆ ਕੇ ਟਿਵਾਣੇ ਨੇ ਮੇਰੇ ਨਾਲ ਸ਼ਰਤ ਲਾ ਬੈਠਾ, ਜੇ ਮੂਰਤੀ ਦੁੱਧ ਪੀਂਦੀ ਹੋਈ ਤਾਂ ਮਹੀਨਾ ਭਰ ਉਹਦੇ ਹਿੱਸੇ ਦੇ ਭਾਂਡੇ ਤੇ ਕੱਪੜੇ ਮੈਂ ਧੋਵਾਂਗਾ, ਜੇ ਨਾ ਪੀਂਦੀ ਹੋਈ ਤਾਂ ਟਿਵਾਣਾ ਧੋਏਗਾ। ਤੇ ਦੂਜੀ ਮੁੱਖ ਸ਼ਰਤ ਵੀ ਸੀ, ਪਰ ਉਹ ਥੋੜ੍ਹੀ ਹੋਰ ਤਰ੍ਹਾਂ ਦੀ ਸੀ, ਲੁੱਚੀ ਜਿਹੀ। ਇਹਨਾਂ ਅੰਧ ਵਿਸ਼ਵਾਸੀ ਗੱਲਾਂ 'ਚ ਮੇਰਾ ਵਿਸ਼ਵਾਸ ਨਹੀਂ ਸੀ ਬਣਨ ਦਿੱਤਾ ਬਾਪੂ ਜੀ ਨੇ। ਜਦੋਂ ਛੋਟੇ ਹੁੰਦੇ ਬੱਚੇ ਪਾਸ ਹੋਣ ਲਈ ਪਤਾਸੇ ਸੁੱਖਦੇ, ਬਾਪੂ ਜੀ ਨੇ ਮੈਨੂੰ ਸੁੱਖਣ ਨਾ ਦੇਣੀ। ਇੱਟਾਂ ਪਾਸ ਨਹੀਂ ਕਰਾ ਸਕਦੀਆਂ ਕਹਿ ਕੇ ਰੋਕ ਦਿੰਦੇ। ਪਰ ਉਸ ਦਿਨ ਸਾਰੇ ਭਾਰਤੀ ਚਾਈਂ ਮੰਦਰਾਂ 'ਚ ਦੁੱਧ ਡੋਲ ਰਹੇ ਸੀ। ਨਾਲੀਆਂ ਦਾ ਗੰਦਾ ਪਾਣੀ ਦੁਧੀਆ ਕਰਿਆ ਪਿਆ ਸੀ। ਮੈਂ ਤੇ ਟਿਵਾਣਾ ਲੱਗੀ ਸ਼ਰਤ ਅਨੁਸਾਰ ਪਹੁੰਚ ਗਏ। ਇਹ ਮੰਦਰ ਵੀ ਪਾਸੀ ਰੋਡ 'ਤੇ ਹੀ ਪੈਂਦਾ ਹੈ, ਸਕੂਲ ਤੋਂ ਜ਼ਿਆਦਾ ਦੂਰ ਨਹੀਂ ਹੈਗਾ। ਉਦੋਂ ਮੈਂ ਕੋਈ ਸਾਹਿਤ ਵੀ ਨਹੀਂ ਸੀ ਪੜ੍ਹਿਆ ਹੋਇਆ, ਵਿਚਾਰਧਾਰਕ ਤੌਰ 'ਤੇ ਵੀ ਕੱਚ ਘਰੜੀ ਸੀ। ਬਸ ਬਾਪੂ ਵਾਲੇ ਦੇਸੀ ਮਾਰਕਸਵਾਦ ਤੋਂ ਹੀ ਸਿੱਖਿਆ ਸੀ ਮਾੜਾ ਮੋਟਾ। ਅੱਗੋਂ ਬਾਪੂ ਜੀ ਕਿਹੜਾ ਸਮਾਜ ਸ਼ਾਸਤਰ ਦੀ MA ਪਾਸ ਸਨ। ਉਹ ਵੈਸੇ 9ਵੀਂ ਪਾਸ ਬੰਦੇ ਨੂੰ ਐਵੇਂ ਦਾ ਗਿਆਨ ਹੋਣਾ ਕੋਈ ਮਾੜੀ ਮੋਟੀ ਗੱਲ ਵੀ ਨਹੀਂ ਹੁੰਦੀ। ਕਾਮਰੇਡ ਲੋਕਾਂ ਨੇ ਤਾਂ ਮਾਰਕਸ ਤੋਂ ਸਿੱਖਿਆ ਹੋਊ, ਪਰ ਮੈਂ ਆਪਣੇ ਬਾਪੂ ਤੋਂ ਸਿੱਖਿਆ ਸੀ ਕਿ ਦਿਹਾੜੀਦਾਰ ਦੀ ਦਿਹਾੜੀ ਉਹਦੇ ਹੱਥ ਪੈਰ ਧੋਣ ਤੋਂ ਪਹਿਲਾਂ ਹੀ ਦੇ ਦਿਓ, ਬੇਸ਼ੱਕ ਗੁਆਂਢੀਆਂ ਤੋਂ ਪੈਸੇ ਮੰਗ ਕੇ ਹੀ ਦਿਓ। ਉਹ ਕਹਿੰਦੇ ਸੀ ਕਿ ਖਬਰੇ ਕੀ ਸੋਚਿਆ ਹੋਊ ਬਈ ਆਥਣੇ ਪੈਸੇ ਮਿਲਣਗੇ, ਆਹ ਲੈ ਕੇ ਜਾਊਂ, ਆਹ ਲੈ ਕੇ ਜਾਊਂ। ਅੰਧ ਵਿਸ਼ਵਾਸ 'ਤੇ ਉਹ ਬੜੀ ਤਿੱਖੀ ਸੱਟ ਮਾਰਦੇ। ਕੇਰਾਂ ਇੱਕ ਪੰਡਤ ਸਾਡੇ ਘਰ ਰੋਟੀ ਖਾਵੇ, ਹੱਥ ਵਗੈਰਾ ਤਾਂ ਅਸੀਂ ਕਦੇ ਦਿਖਾਇਆ ਹੀ ਨਹੀਂ, ਪਰ ਬੀਬੀ ਚਾਹ ਪਾਣੀ ਹਰੇਕ ਨੂੰ ਪਿਲਾ ਦਿੰਦੀ। ਬੀਬੀ ਜੀ ਨੂੰ ਇਹ ਸੀ ਤੇ ਪੰਡਤ ਨੂੰ ਵੀ ਕਿ ਬਾਪੂ ਜੀ ਘਰ ਨਹੀਂ ਹੈਗੇ। ਪੰਡਤ ਜੀ ਸਾਡੀ ਗਵੰਡਰ ਨੂੰ ਵੈਤਰਨੀ ਨਦੀ ਬਾਰੇ ਸਮਝਾ ਰਹੇ ਸੀ ਕਿ ਉਹ ਪੀਕ ਦੀ ਭਰੀ ਵਗਦੀ ਹੈ, ਦਾਨ ਪੁੰਨ ਕਰਿਆ ਕਰੋ ਭਾਈ, ਨਹੀਂ ਤਾਂ ਨਰਕ ਭੋਗੋਗੇ। ਬਾਪੂ ਜੀ ਅੰਦਰਲੇ ਕਮਰੇ 'ਚੋਂ ਬਾਹਰ ਆਉਂਦੇ ਕਹਿੰਦੇ, ਪੰਡਤਾ ਨਰਕ ਬਾਰੇ ਤਾਂ ਐਂ ਦੱਸਣਾ ਪਤੰਦਰਾ ਜਿਵੇਂ ਨਾਨਕੇ ਹੋਣ ਉੱਥੇ, ਬਈ ਜਾਂਦਾ ਰਿਹਾ ਹੋਵੇ। ਪੰਡਤ ਛੇਤੀ ਤਾਂ ਘਰ ਵੜਿਆ ਨਹੀਂ ਕਦੇ। ਉਦਣ ਵੀ ਭੁਲੇਖੇ 'ਚ ਮਾਰ ਖਾ ਗਿਆ ਸੀ। ਛੇਤੀ ਚੱਪਲਾਂ ਪਾ ਬੂ ਕਰਦਾ ਪੱਤਰੇ ਬਾਚ ਗਿਆ ਵਿਚਾਰਾ। ਖੈਰ ਮੰਦਰ 'ਚ ਬਹੁਤ ਲੰਬੀ ਕਤਾਰ ਸੀ। ਸਿਰਫ ਗਣੇਸ਼ ਮੰਦਰ 'ਚ ਹੀ ਨਹੀਂ, ਉਦਣ ਤਾਂ ਪੁਜਾਰੀਆਂ ਨੇ ਗਣੇਸ਼ ਜੀ ਦੀਆਂ ਮੂਰਤੀਆਂ ਹਰੇਕ ਮੰਦਰ 'ਚ ਹੀ ਰੱਖ ਲਈਆਂ ਸੀ। ਅਸੀਂ ਵੀ ਹੁਣ ਆਪਣੀ ਵਾਰੀ ਦੀ ਉਡੀਕ ਸੀ। ਬਾਕੀਆਂ ਨੇ ਤਾਂ ਦੁੱਧ ਦੇ ਪੈਕਟ ਤੇ ਗੜਵੀਆਂ ਫੜੀਆਂ ਸੀ, ਪਰ ਅਸੀਂ ਖਾਲੀ ਖੜੇ ਹੱਥ ਬਿਟਰ ਦੇਖੀਏ ਚੋਰਾਂ ਵਾਂਗ। ਮੰਦਰ ਕਮੇਟੀ ਨੇ ਦੁੱਧ ਵੇਚਣ ਦਾ ਪ੍ਰਬੰਧ ਗੇਟ 'ਤੇ ਹੀ ਕਰ ਰੱਖਿਆ ਸੀ। ਧੱਕੇ ਧੁੱਕੇ ਖਾਂਦੇ ਸਾਡੀ ਵਾਰੀ ਆ ਗਈ। ਬੜੇ ਸਾਰੇ ਢਿੱਡ ਵਾਲਾ ਸਿਰੋਂ ਗੰਜਾ ਪੁਜਾਰੀ ਰੁਕਿਆ ਪਿਆ ਸੀ। ਉਹ ਕਿਸੇ ਨੂੰ ਜ਼ਿਆਦਾ ਸਮਾਂ ਮੂਰਤੀ ਕੋਲ ਰੁਕਣ ਨਹੀਂ ਸੀ ਦੇ ਰਿਹਾ। ਚਲੋ ਭਗਤੋ ਆਗੇ ਚਲੋ ਆਖ ਤੋਰੀ ਜਾਵੇ। ਜਦੋਂ ਟਿਵਾਣੇ ਨੇ ਦੁੱਧ ਦਾ ਚਮਚਾ ਮੂਰਤੀ ਦੀ ਸੁੰਡ ਥੱਲੇ ਲਾਇਆ ਤਾਂ ਸਕਿੰਟਾਂ 'ਚ ਹੀ ਖਾਲੀ। ਮੈਂ ਡਰ ਗਿਆ। ਜਿੰਨੀ ਛੇਤੀ ਚਮਚੇ 'ਚੋਂ ਦੁੱਧ ਖਤਮ ਹੋਇਆ, ਉਹ ਤੋਂ ਦੁੱਗਣੀ ਫੁਰਤੀ ਨਾਲ ਟਿਵਾਣੇ ਦੀਆਂ ਬਾਛਾਂ ਖਿੜ ਗਈਆਂ। ਮੈਂ ਉੱਧਰ ਗਿਆ, ਘਬਰਾ ਗਿਆ ਵੀ ਹੁਣ ਫਸ ਗਿਆ। ਹੁਣ ਗੱਲ ਹਾਰ ਜਿੱਤ ਤੋਂ ਉੱਪਰ ਉੱਠ ਚੁੱਕੀ ਸੀ। ਪੂਰਾ 1 ਮਹੀਨਾ ਭਾਂਡੇ ਧੋਣੇ ਸੀ ਤੇ ਕੱਪੜੇ ਵੀ, ਉੱਤੋਂ ਰੋਟੀ ਪਾਣੀ ਸਭ ਕੁਝ ਟਿਵਾਣੇ ਦੇ ਹਿੱਸੇ ਦਾ ਕਰਨਾ ਪੈਣਾ ਸੀ। ਕੰਮ ਨੇ ਤਾਂ ਚਲੋ ਖਾਧੀ ਕੜੀ, ਤੇ ਜਿਹੜੀ ਦੂਜੀ ਲੁੱਚੀ ਸ਼ਰਤ ਸੀ ਉਹਦਾ ਡਰ ਜ਼ਿਆਦਾ ਵੱਡ ਖਾਈ ਜਾਵੇ। ਮੈਂ ਆਖਿਆ ਦੁਬਾਰਾ ਭਲਾ, ਹੁਣ ਚਮਚੇ ਨੂੰ ਟਿਕਾ ਕੇ ਰੱਖੀ। ਪਿੱਛੇ ਕਤਾਰ 'ਚ ਵਾਰੀ ਦੀ ਉਡੀਕ ਕਰਦੇ ਲੋਕ ਬੁੜਬੁੜ ਕਰਨ। ਦੁੱਧ ਫੇਰ ਉਨੀ ਤੇਜ਼ੀ ਨਾਲ ਗਣੇਸ਼ ਜੀ ਪੀ ਗਏ। ਟਿਵਾਣਾ ਆਖੇ, ਨਾ ਹੁਣ ਬੋਲ, ਬੜਾ ਬਣਦਾ। ਮੈਨੂੰ ਉੱਥੇ ਸਟੂਲ ਉੱਤੇ ਜੋਤ ਕੋਲ ਪਿਆ ਇੱਕ ਤਾਂਬੇ ਦਾ ਚਮਚਾ ਦਿਸ ਪਿਆ। ਉਹ ਚਮਚਾ ਆਮ ਚਮਚਿਆਂ ਵਰਗਾ ਨਹੀਂ ਸੀ, ਬਿਲਕੁਲ ਚੌਰਸ ਬਣਤਰ ਦਾ ਸੀ। ਜਦੋਂ ਮੈਂ ਤਾਂਬੇ ਦੇ ਚਮਚੇ ਨਾਲ ਪਿਲਾਇਆ ਤਾਂ ਦੁੱਧ ਕਿਹੜੇ ਨੇ ਪੀਣਾ ਸੀ। ਅਸਲ 'ਚ ਦੂਜੇ ਚਮਚਿਆਂ 'ਚ ਦੁੱਧ ਡੁੱਲ ਜਾਂਦਾ ਸੀ, ਜਾਂ ਫਿਰ ਜਿਵੇਂ ਫਰਸ਼ 'ਤੇ ਜਿੱਥੇ ਪਾਣੀ ਡੁੱਲਿਆ ਹੁੰਦਾ। ਛੋਟੇ ਹੁੰਦੇ ਉਹਨੂੰ ਉਂਗਲ ਲਾ ਕੇ ਜਦੋਂ ਲੀਕ ਜੀ ਖਿੱਚ ਕੇ ਕਹਿੰਦੇ ਹੁੰਦੇ ਸੀ ਕਿ ਦੇਖ ਜਾਦੂ। ਉਂਗਲ ਦੀ ਲੀਕ ਪਿੱਛੇ ਜਾ ਕੇ ਪਾਣੀ ਆਪਣੀ ਜਗ੍ਹਾ ਬਦਲ ਲੈਂਦਾ ਸੀ। ਉਵੇਂ ਚਮਚੇ 'ਚ ਡੁੱਲੇ ਦੁੱਧ ਨਾਲ ਬਾਕੀ ਦੁੱਧ ਵੀ ਵਹਿ ਜਾਂਦਾ ਤੇ ਚਮਚਾ ਖਾਲੀ ਹੋ ਜਾਂਦਾ। ਜਦੋਂ ਮੈਨੂੰ ਯਕੀਨ ਹੋ ਗਿਆ ਕਿ ਸ਼ਰਤ ਜਿੱਤ ਗਿਆ, ਬਸ ਫਿਰ ਆਪਾਂ ਤਾਂ ਪਾ ਦਿੱਤਾ ਰੌਲਾ, ਗਣੇਸ਼ ਕੋਈ ਦੁੱਧ ਨਹੀਂ ਪੀਂਦਾ, ਐਵੇਂ ਲੱਲੂ ਬਣਾਉਂਦੇ ਨੇ ਫਲਾਂ। ਮੈਂ ਭੁੱਲ ਗਿਆ ਸੀ ਵੀ ਚਾਅ 'ਚ ਖੜਾ ਕਿੱਥੇ ਆ। ਟਿਵਾਣਾ ਮੇਰਾ ਮੂੰਹ ਕੁੱਟੀ ਜਾਵੇ, ਨਾਲੇ ਦੰਦਾਂ ਜਿਹਾਂ 'ਚ ਹੌਲੀ ਆਖੀ ਜਾਏ, ਉਹ ਬਾਈ ਤੂੰ ਮਰਵਾਏਂਗਾ, ਚੁੱਪ ਹੋ ਜਾ ਵੀਰ ਬਣ। 1 ਮਹੀਨਾ ਛੱਡ 2 ਮਹੀਨੇ ਕੰਮ ਕਰਾ ਲਈ। ਕੰਮ ਛੱਡ ਦੂਜੀ ਸ਼ਰਤ ਵੀ ਪੂਰੀ ਕਰ ਦੂੰ, ਪਰ ਮੂੰਹ ਬੰਦ। पीते हैं, पीते क्यों नहीं पीते, पीते थे, अभी स्पीड कम हुई है, सुबह से लगातार जो पी रहे हैं। भांडा फुटदा देख पुजारी जी बोले,
ਪਰ ਘਬਰਾਏ ਹੋਏ ਹੋਰ ਹੀ ਕੁਝ ਬੋਲ ਗਏ। ਕੋਈ ਪੁੱਛੇ ਵੀ ਗਣੇਸ਼ ਜੀ ਵੀ ਥੱਕ ਸਕਦੇ ਨੇ ਭਲਾ? ਸਪੀਡ ਘਟਣ ਨੂੰ ਉਹ ਕੋਈ ਨੇ ਹੈ ਤਾਂ ਇਹ ਗੱਲ ਹਾਸੇ ਵਾਲੀ ਸੀ। ਗਣੇਸ਼ ਜੀ ਦੀ ਸਪੀਡ ਘਟ ਗਈ ਪਰ ਮਾਹੌਲ ਨਹੀਂ ਸੀ ਹੱਸਣ ਵਾਲਾ। ਮਾਹੌਲ ਤਾਂ ਹੁਣ ਬਦਲ ਗਿਆ ਸੀ। ਧਾਰਮਿਕ ਭਾਵਨਾਵਾਂ ਤੇ ਹਥੌੜਾ ਜੋ ਵੱਜਾ ਸੀ। ਲੋਕ ਲੁੱਟੇ ਹੋਏ ਮਹਿਸੂਸ ਕਰ ਰਹੇ ਸੀ, ਪਰ ਕਹਿੰਦੇ ਨੇ ਵੀ ਭਾਰਤੀ ਲੋਕ ਸਭ ਕੁਝ ਜਾਣਦੇ ਹੋਏ ਵੀ ਭਰਮ ਵਾਲੇ ਸੁਖਦ ਜੋਨ ਨਹੀਂ ਛੱਡ ਸਕਦੇ। ਨਾ ਹੋ ਸਕਣ ਵਾਲੇ ਚਮਤਕਾਰ ਉਡੀਕਣ 'ਚ ਹੀ ਮਜ਼ੇ ਲੈਂਦੇ ਰਹਿੰਦੇ ਨੇ। ਪਤਾ ਹੋਣ ਦੇ ਬਾਵਜੂਦ ਭਰਮ 'ਚ ਰਹਿਣਾ ਪਸੰਦ ਕਰਦੇ ਆ। ਬਸ ਹੋ ਗਏ ਦੁਆਲੇ, ਕੋਈ ਕਿੱਧਰ ਨੂੰ, ਕੋਈ ਪਿੱਛੇ ਨੂੰ, ਕੋਈ ਧੱਕੇ ਮਾਰੇ। ਹੋਰ ਹੀ ਤਰ੍ਹਾਂ ਦੇ ਬੁੱਚੜ ਜਿਹੇ ਬਣ ਗਏ ਸੀ ਉਹ, ਜਿਹੜੇ ਕੁਝ ਸਮਾਂ ਪਹਿਲਾਂ ਧਾਰਮਿਕ ਭਜਨ ਗਾ ਰਹੇ ਸੀ। ਸਿਰ ਹਿਲਾ ਲਾ ਕੇ ਹੁਣ ਉਹ ਸਿਰ ਪਾਟਣ ਤੱਕ ਜਾ ਰਹੇ ਸੀ। ਤੇੜ ਸਾਡੇ ਨਿੱਕਰਾਂ ਹੀ ਪਾਈਆਂ ਹੋਈਆਂ ਸੀ। ਟੀ-ਸ਼ਰਟਾਂ ਤਾਂ ਪਾੜ ਹੀ ਦੇਣੀਆਂ ਸੀ। ਟਿਵਾਣਾ ਕਹਿੰਦਾ, ਸਾਲਿਆ ਟੀ-ਸ਼ਰਟਾਂ 'ਤੇ ਮਲਟੀਪਰਪਜ਼ ਲਿਖਿਆ ਹੋਇਆ, ਕੱਲ੍ਹ ਨੂੰ ਕੋਚ ਸਾਹਿਬ ਬਹੁਤ ਕੁੱਟਣਗੇ। ਪਤਾ ਉਹਨਾਂ ਨੂੰ ਲੱਗ ਹੀ ਜਾਣਾ। ਅਸੀਂ ਇੱਕ ਥੰਮਲੇ ਜਿਹੇ ਦੀ ਓਟ 'ਚ ਹੋ ਗਏ। ਉਹ ਸਾਨੂੰ ਖਿੱਚ ਕੇ ਬਾਹਰ ਲਿਜਾਣਾ ਚਾਹੁੰਦੇ ਸੀ। ਮੈਂ ਵੀ ਡਰ ਗਿਆ ਵੀ ਸਬੂਤ ਵਜੋਂ ਫਟੀਆਂ ਬਨਾਨਾ ਇਹਨਾਂ ਨੇ ਸਾਂਭ ਲੈਣੀਆਂ। ਭੀੜ ਤੋਂ ਜ਼ਿਆਦਾ ਡਰ ਕੋਚ ਸਾਹਿਬ ਦਾ ਸੀ। ਪਾੜ ਤਾਂ ਭੀੜ ਸਾਨੂੰ ਵੀ ਦਿੰਦੀ ਜੇ ਕਿਤੇ ਉਹ ਥਾਣੇਦਾਰ ਸ਼ਰਮਾ ਨਾ ਆਉਂਦਾ। 3 ਜਣੇ ਸੀ ਪਰ ਸੰਨ ਬਹੁਤ ਕਾਇਮ। ਉਹਨੂੰ ਵੀ ਕਈ ਧੱਕੇ ਵੱਜੇ। ਫਿਰ ਉਹ ਸਾਨੂੰ ਕਮਰੇ ਤੱਕ ਛੱਡ ਕੇ ਗਿਆ ਤੇ ਦੋਵੇਂ ਸਿਪਾਹੀਆਂ ਨੂੰ ਸਕੂਲ ਦੇ ਗੇਟ 'ਤੇ ਰਹਿਣ ਦੀ ਹਦਾਇਤ ਕਰਕੇ ਗਿਆ। ਨਹੀਂ ਤਾਂ ਉਦਣ ਇੱਕ ਲੁੱਚੀ ਸ਼ਰਤ ਨੇ ਇੱਕ ਸੁੱਚੀ ਜਗ੍ਹਾ ਕੁਰਬਾਨ ਕਰਤੇ ਸੀ। ਅਗਲਾ ਕਾਂਡ ਹੈ ਪੁਲਿਸ, ਖਾੜਕੂ ਤੇ ਬਰੇਲੀ ਸ਼ਹਿਰ। ਜਦੋਂ ਕਿ ਪੁਲਿਸ ਤਾਂ ਖਾੜਕੂਆਂ ਤੋਂ ਲੁਕਦੀ ਫਿਰਦੀ ਸੀ, ਉਵੇਂ ਜਿਵੇਂ ਕੋਈ ਬਹੁਤ ਡਰਪੋਕ ਬੰਦਾ ਆਟੇ ਵਾਲੇ ਭੜੋਲੇ 'ਚ ਲੁਕਦਾ ਹੁੰਦਾ ਹੈ। ਕਸਬਾ ਮਾਨਾ ਵਾਲਾ ਨੇੜੇ, ਅੰਮ੍ਰਿਤਸਰ ਡੇਰਾ ਬਿਆਸ ਤੋਂ ਥੋੜ੍ਹਾ ਅੱਗੇ ਸਾਡਾ ਕੈਂਪ ਲੱਗਿਆ ਹੋਇਆ ਸੀ। ਪਟਿਆਲੇ ਤੋਂ ਮੈਂ ਗੀਤੀ ਤੇ ਲਾਲੀ, ਟੋਨੀ ਤੇ ਸ਼ੋਕੀ ਸਪੋਰਟਸ ਸਕੂਲ ਜਲੰਧਰ ਵਾਲੇ, ਮੋਠਾ ਘੁਮਿਆਰਾ ਤੇ ਕੱਕੀ ਫਰੀਦਕੋਟ ਤੋਂ। ਬਾਕੀ ਹੋਰ ਵੀ ਸੀ, ਨਾਮ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ। ਜਿਸ ਜਗ੍ਹਾ ਕੈਂਪ ਲੱਗਿਆ ਸੀ ਉਹ ਸਕੂਲ ਜਮਾਂ ਰੋਡ 'ਤੇ ਹੈ। ਪੁਲਿਸ ਚੌਂਕੀ ਦਾ ਪਿਛਲਾ ਗੇਟ ਸਾਡੇ ਹਾਲ ਕੋਲ ਖੁੱਲ੍ਹਦਾ ਸੀ। ਪੁਲਿਸ ਵਾਲੇ 1-2 ਜਣੇ ਸਾਡੇ ਕੋਲ ਰਾਤ ਨੂੰ ਨੌਨ ਵੈਜ ਚੁਟਕਲੇ ਸੁਣਨ ਆ ਜਾਂਦੇ। ਪੈਗ ਲਾ ਕੇ ਉਹ ਗਹਿਰੇ ਜਿਹੇ ਹੋਏ ਹੁੰਦੇ। ਅਸੀਂ ਉਹਨਾਂ ਤੋਂ ਖਾੜਕੂਆਂ ਨਾਲ ਹੋਏ ਮੁਕਾਬਲਿਆਂ ਬਾਰੇ ਗੱਲਾਂ ਸੁਣਦੇ ਕਿ ਕਿਵੇਂ ਉਹ ਸਖਤ ਮੁਕਾਬਲੇ ਕਰਕੇ ਅੱਤਵਾਦੀਆਂ ਨੂੰ ਮਾਰਦੇ ਆ। ਇੱਕ 50-55 ਸਾਲ ਦਾ ਮੋਟਾ ਜਿਹਾ ਗਿੱਲ ਨਾਮ ਦਾ ਪੁਲਸੀਆ ਬਹੁਤ ਗੱਲਾਂ ਸੁਣਾਉਂਦਾ ਵੀ ਉਹਨੇ ਬਹੁਤ ਖਾੜਕੂ ਮਾਰੇ ਨੇ। ਉਹਦੀਆਂ ਗੱਲਾਂ 'ਚੋਂ ਝੂਠ ਸਾਫ਼ ਦਿਖਦਾ, ਪਰ ਅਸੀਂ ਸੁਣੀ ਜਾਂਦੇ। ਕਈ ਵਾਰ ਉਹ ਸਾਡੇ ਬਿਸਤਰੇ 'ਤੇ ਹੀ ਸੌਂ ਜਾਂਦਾ ਤੇ ਉਹਦੇ ਘੁਰਾੜੇ ਸਾਨੂੰ ਜਗਾਈ ਰੱਖਦੇ। ਇੱਕ ਰਾਤ ਗੀਤੀ ਨੇ ਉਹਦੇ ਚੱਲ ਰਹੇ ਘੁਰਾੜਿਆਂ ਵੱਲ ਮੂੰਹ ਕਰਕੇ ਮਾਰਚ ਸਾਲੇ ਦੇ ਬੂਥੇ 'ਤੇ ਆਪਣੀ ਅੱਡੀ ਦੇ ਇਸ਼ਾਰੇ ਨਾਲ ਸਮਝਾਉਂਦੇ ਮੈਨੂੰ ਕਿਹਾ, ਮੈਂ ਵੈਸੇ ਵੀ ਨਹੀਂ ਸੀ ਸੌਂ ਸਕਦਾ, ਖੜਕੇ 'ਚ ਬਹੁਤ ਖਿੱਝ ਜਾਂਦਾ। ਮੈਨੂੰ ਤਾਂ ਕਈ ਵਾਰ ਟਾਈਮ ਪੀਸ ਦੀ ਸੂਈ ਵਾਲੀ ਟਿਕ ਵੀ ਗੁੱਸਾ ਚੜ੍ਹਾ ਦਿੰਦੀ ਹੈ। ਪੱਖੇ ਦੀ ਹਵਾ ਨਾਲ ਕੈਲੰਡਰ ਹਿੱਲ ਕੇ ਕਰ ਕਰੇ ਤਾਂ ਮੈਂ ਉਹਨੂੰ ਉਤਾਰ ਕੇ ਸੁੱਟ ਦਿੰਦਾ, ਬੇਸ਼ੱਕ ਉਹ ਕਿਸੇ ਧਾਰਮਿਕ ਸ਼ਖਸੀਅਤ ਦੀ ਫੋਟੋ ਹੀ ਕਿਉਂ ਨਾ ਹੋਵੇ। ਸ਼ਰਾਰਤ ਕਰਨ ਲਈ ਸਾਨੂੰ ਕਦੇ ਜ਼ਿਆਦਾ ਸੋਚਣ ਦੀ ਲੋੜ ਨਹੀਂ ਸੀ ਪੈਂਦੀ, ਬਸ ਸਹਿਜ ਸੁਭਾਈ ਔੜ ਜਾਂਦੀ। ਉਦਣ ਵੀ ਮੈਂ ਉਹਦੇ ਮੂੰਹ ਕੋਲ ਪੈਰ ਕਰ ਲਏ ਤੇ ਸਿਰ ਉਹਦੇ ਪੈਰਾਂ ਵੱਲ, ਜਿਵੇਂ ਅਕਸਰ ਬੰਦਾ ਕਰ ਲੈਂਦਾ ਜਦੋਂ ਨਾਲ ਦਾ ਘੁਰਾੜੇ ਮਾਰਦਾ ਹੋਵੇ। ਕਰਕੇ ਲੱਤ ਇਕੱਠੀ ਜਿਹੀ ਇੱਕੋ ਦਮ ਕਰਤੀ, ਸਿੱਧੀ ਝਟਕਾ ਮਾਰ ਕੇ ਵੱਜੀ ਉਹਦੀ ਠੋਡੀ 'ਤੇ। ਆ ਗਿਆ ਭੁਚਾਲ ਉਹਦੇ ਲਈ ਤਾਂ। ਆਪ ਵੀ ਮੈਂ ਨਾਟਕ ਜਿਹਾ ਕਰਦਾ ਉੱਠ ਬੈਠ ਗਿਆ। ਗੀਤੀ ਨੇ ਨਾਲੇ ਮੈਨੂੰ ਮੋਢੇ ਤੋਂ ਫੜ ਲਿਆ, ਨਾਲੇ ਮੇਰੀ ਢੂਈ 'ਤੇ ਹੱਥ ਫੇਰਦਾ ਹੋਇਆ, ਠੀਕ ਹੈ ਤੂੰ, ਪਾਣੀ ਪਿਆਵਾਂ ਕਹਿ ਕੇ ਐਕਟਿੰਗ ਕਰਦਾ ਫੇਰ ਪੈ ਗਿਆ। ਮੈਂ ਵੀ ਚੁੱਪ ਜਿਹਾ ਕਰਕੇ ਸੌਂ ਗਿਆ, ਜਿਵੇਂ ਬੰਦਾ ਨੀਂਦ 'ਚੋਂ ਉੱਠ ਕੇ ਫੇਰ ਸੌਂ ਜਾਂਦਾ। ਪੁਲਿਸ ਵਾਲਾ ਭਾਈ ਜਬਾੜਾ ਜਿਹਾ ਵਿੰਗਾ ਸਿੱਧਾ ਕਰਦਾ ਉੱਠ ਕੇ ਚਲਾ ਗਿਆ। ਮੁੜ ਕੇ ਜਿਹੜੇ ਬਚਦੇ 2 ਦਿਨ ਅਸੀਂ ਉੱਥੇ ਰਹੇ ਉਹ ਨਹੀਂ ਦਿਖਿਆ। ਬਾਕੀਆਂ ਨੇ ਵੀ ਮੇਰੇ ਨਾਲ ਸੁੱਖ ਦਾ ਸਾਹ ਲਿਆ। ਪਟਿਆਲੇ ਵਾਲੇ ਉਹ ਨਜ਼ਾਰਾ ਲਿਆ ਛੱਡਿਆ ਈ। ਸਾਲਾ ਫੁਕਰੀਆ ਤੇ ਘਰਾੜੇ ਮਾਰ ਤੰਗ ਹੀ ਬਹੁਤ ਕਰਦਾ ਈ, ਕਹਿ ਕੇ ਸ਼ੋਕੀ ਹੱਸ ਪਿਆ। ਅਸੀਂ ਵੀ ਖੁਸ਼ ਹੋ ਗਏ, ਪਰ ਉਹਦੇ ਨਾਲ ਜੋ ਪਤਲਾ ਜਿਹਾ ਹੌਲਦਾਰ ਬਲਦੇਵ ਪੰਡਤ ਆਉਂਦਾ ਸੀ, ਉਹ ਕੈਂਪ ਦੇ ਅਖੀਰਲੇ ਦਿਨ ਤੱਕ ਆਉਂਦਾ ਰਿਹਾ। ਉਸ ਆਖਰੀ ਰਾਤ ਵੀ ਉਹਨੇ ਬੜੀਆਂ ਸਿਆਣੀਆਂ ਗੱਲਾਂ ਕਰੀਆਂ। ਜਿਨ੍ਹਾਂ 'ਚ ਟੀਮ 'ਚ ਚੋਣ ਨਹੀਂ ਸੀ ਹੋਈ, ਉਹਨਾਂ ਨੂੰ ਬੜਾ ਸਮਝਾਇਆ। ਗੀਤੀ ਤੇ ਲਾਲੀ ਬਹੁਤ ਨਾਰਾਜ਼ ਸੀ ਕਿਉਂਕਿ ਉਹਨਾਂ ਦਾ ਹੱਕ ਬਣਦਾ ਸੀ। ਪਲੇਇੰਗ ਸੈੱਟ 'ਚ ਨਾ ਸਹੀ, ਸਪੇਅਰਾਂ ਤੋਂ ਤਾਂ ਬਹੁਤ ਚੰਗੇ ਸੀ, ਪਰ ਉਹਨਾਂ ਦੀ ਜਗ੍ਹਾ 2 ਸਿਫਾਰਸ਼ੀ ਚੁਣੇ ਗਏ। ਉੱਥੇ ਥਾਣੇ 'ਚ ਖੜ੍ਹੇ ਟਰੈਕਟਰਾਂ ਬਾਰੇ ਅਸੀਂ ਪੁੱਛਿਆ, ਇਹਨਾਂ ਬੁਲਟ ਪ੍ਰੂਫ ਟਰੈਕਟਰਾਂ ਨਾਲ ਤਾਂ ਤੁਸੀਂ ਬਹੁਤ ਐਕਸ਼ਨ ਕੀਤੇ ਹੋਣੇ ਅੱਤਵਾਦੀਆਂ ਨੂੰ ਫੜਨ ਲਈ, ਤੇ ਸਾਡੇ ਲਈ ਇਹ ਟਰੈਕਟਰ ਬਹੁਤ ਅਨੋਖੇ ਸੀ, ਜਿਨ੍ਹਾਂ ਬਾਰੇ ਸਿਰਫ ਸੁਣਿਆ ਹੀ ਸੀ, ਦੇਖੇ ਨਹੀਂ ਸੀ ਕਦੇ। ਉਹਨਾਂ ਅੱਗੋਂ ਸਾਨੂੰ ਹੈਰਾਨ ਵੀ ਬਹੁਤ ਕੀਤਾ ਤੇ ਹਸਾਇਆ ਵੀ ਬਹੁਤ। ਕਹਿੰਦਾ, ਕਾਹਨੂੰ ਪੁੱਤਰ, ਗਿੱਲ ਤਾਂ ਝੂਠ ਮਾਰਦਾ ਹੀ, ਮਾਸਾ ਨਹੀਂ ਵਰਤੇ ਇਹ ਟਰੈਕਟਰ। ਅਸੀਂ ਤਾਂ ਸਗੋਂ ਉਹਨਾਂ ਪਿਓਆਂ ਤੋਂ ਡਰਦੇ ਇਹਨਾਂ 'ਚ ਲੁਕ ਟਾਈਮ ਕੱਟਦੇ ਰਹੇ। ਅਸੀਂ ਹੈਰਾਨੀ 'ਚ ਪੁੱਛਿਆ, ਫਿਰ ਅਖਬਾਰਾਂ 'ਚ? ਉੱਥੇ ਪੁਲਿਸ ਉੱਦਾਂ ਹੀ ਜੱਟਾਂ ਦਾ ਕਮਾਦ ਮਿੱਧ ਛੱਡਦੀ ਖਬਰਾਂ ਬਣਾਉਣ ਲਈ। ਖੈਰ, ਸਾਡਾ ਕਾਫੀ ਵੱਡਾ ਭੁਲੇਖਾ ਦੂਰ ਕਰਿਆ ਸੀ ਪੰਡਤ ਜੀ ਨੇ ਸੱਚ ਬੋਲ ਕੇ। 10 ਖਿਡਾਰੀ, 2 ਸਿਫਾਰਸ਼ੀ, 1 ਕੁੜੀਆਂ ਦੀ ਟੀਮ ਦੀ ਸੈਕਟਰੀ,
ਸਿਫਾਰਸ਼ੀ ਮੁੰਡੇ ਦੀ ਮਾਂ ਤੇ 2 ਕੋਚਾਂ ਸਮੇਤ ਅਸੀਂ 27-28 ਜਣੇ ਸੀ। ਪੂਰੀ ਰਾਤ ਰੇਲ ਗੱਡੀ 'ਚ ਕੱਟ ਕੇ ਬਰੇਲੀ ਸਟੇਸ਼ਨ ਤੇ ਪਹੁੰਚ ਚੁੱਕੇ ਸੀ। ਪਰ ਜੋ ਬਰੇਲੀ ਹੋਈ ਉਹ ਬਹੁਤ ਭੈੜੀ ਹੋਈ। ਉਹਨੂੰ ਜੱਗੋਂ 13ਵੀਂ ਵੀ ਕਹਿ ਸਕਦੇ ਹਾਂ। ਇਹ ਮੇਰੀ ਦੂਜੀ ਨੈਸ਼ਨਲ ਸੀ, ਪਰ ਆਪਣੇ ਪਟਿਆਲੇ ਵਾਲੀ ਟੀਮ ਤੋਂ ਬਿਨਾਂ ਪਹਿਲੀ। ਰਿਜ਼ਰਵੇਸ਼ਨ ਨਾ ਹੋਣ ਕਰਕੇ ਸਫ਼ਰ ਆਮ ਡੱਬੇ 'ਚ ਹੀ ਕਰਨਾ ਪਿਆ। ਅਸੀਂ ਮੁੰਡੇ ਅਗਲੇ ਡੱਬੇ 'ਚ, ਮੱਲੀ ਕੋਚ ਸਾਹਿਬ, ਮੈਡਮ ਤੇ ਕੁੜੀਆਂ ਪਿਛਲੀ ਬੋਗੀ 'ਚ। ਸਫ਼ਰ ਬੜਾ ਔਖਾ ਸੀ, ਪਰ ਮੇਰੇ ਲਈ ਇੱਕ ਚੀਜ਼ ਥੋੜ੍ਹੀ ਸੌਖੀ ਸੀ ਕਿ ਇਸ ਟੂਰਨਾਮੈਂਟ 'ਤੇ ਸਰਦਾਰ ਸ਼ੇਰ ਸਿੰਘ ਕੋਚ ਸਾਹਿਬ ਦੀ ਡਿਊਟੀ ਨਹੀਂ ਸੀ ਲੱਗੀ। ਮਤਲਬ ਮੈਂ ਕੁੜੀਆਂ ਨੂੰ ਬੁਲਾ ਸਕਦਾ ਸੀ, ਉਹਨਾਂ ਦੇ ਮੈਚ ਵਗੈਰਾ ਵੀ ਦੇਖ ਲੈਂਦਾ, ਤਾਂ ਕੁੱਟ ਦਾ ਡਰ ਨਹੀਂ ਸੀ। ਸਵੇਰੇ ਕਰੀਬ 9:30 ਵਜੇ ਗੱਡੀ ਬਰੇਲੀ ਸਟੇਸ਼ਨ 'ਤੇ ਰੁਕੀ। ਆਪਣੀ ਸੀਟ ਮੱਲਣ ਲਈ, ਜਿਵੇਂ ਹਰੇਕ ਸਟੇਸ਼ਨ 'ਤੇ ਅਸੀਂ ਕਾਇਮ ਹੋ ਜਾਂਦੇ ਸੀ। ਉੱਥੇ ਵੀ ਤਾਸ਼ ਮੰਡਲੀ ਨੇ ਪੱਤੇ ਛੱਡ ਸੀਟਾਂ ਦੱਬ ਲਈਆਂ। ਭਾਵ ਸੀਟ ਮੱਲੂ ਮਿਸ਼ਨ ਕਾਮਯਾਬ ਸੀ। ਬਿਨਾਂ ਰਿਜ਼ਰਵੇਸ਼ਨ ਤੋਂ ਸੀਟ ਮੱਲਣੀ ਮਿਸ਼ਨ ਹੀ ਹੁੰਦਾ। ਕੁੜੀਆਂ ਦੀ ਇੰਚਾਰਜ ਮੈਡਮ ਦਾ ਮੁੰਡਾ ਸਿਫਾਰਸ਼ੀ ਜ਼ਰੂਰ ਸੀ, ਪਰ ਹੈਗਾ ਸਾਊ ਸੀ। ਮੇਰੇ ਨਾਲ ਹੀ ਰਿਹਾ, ਖੇਡਿਆ ਕਦੇ ਹੈ ਨਹੀਂ ਸੀ। ਸਟੇਟ ਦੇ ਟੂਰਨਾਮੈਂਟ 'ਚ ਸਾਨੂੰ ਖੇਡਦਿਆਂ ਵੇਖ ਸਾਡਾ ਪ੍ਰਸ਼ੰਸਕ ਬਣ ਗਿਆ ਸੀ। ਉਹਨੂੰ ਤਾਂ ਉਹਦੀ ਮਾਂ ਨੇ ਜ਼ੋਰ ਵੀ ਬੜਾ ਲਾਇਆ ਵੀ ਉਹ ਪਿਛਲੇ ਡੱਬੇ 'ਚ ਕੁੜੀਆਂ ਕੋਲ ਹੀ ਰਹੇ। ਸ਼ਾਇਦ ਮੈਡਮ ਨੂੰ ਡਰ ਸੀ ਕਿ ਕਿਤੇ ਅਸੀਂ ਕੋਈ ਨੁਕਸਾਨ ਨਾ ਪਹੁੰਚਾਈਏ ਜਾਂ ਵਿਗਾੜ ਨਾ ਦਈਏ। ਅਸਲ 'ਚ ਸਿਫਾਰਸ਼ੀ ਕਿਸੇ ਵੀ ਟੀਮ 'ਚ ਕਦੇ ਇੱਜ਼ਤ ਨਹੀਂ ਪਾਉਂਦੇ ਹੁੰਦੇ, ਸਗੋਂ ਮਜ਼ਾਕ ਦੇ ਪਾਤਰ ਹੀ ਬਣੇ ਰਹਿੰਦੇ ਆ। ਪਰ ਉਹ ਭਲਾ ਮਾਨਸ ਸੀ। ਮੈਨੂੰ ਉੱਪਰਲੀ ਸੀਟ ਮਿਲੀ, ਜਿਸ ਕੋਲ ਪੱਖੇ ਲੱਗੇ ਹੁੰਦੇ ਰਹੇ, ਜਾਂ ਕਹਿ ਲਓ ਉਸ ਮੁੰਡੇ ਕਰਕੇ ਹੀ ਮਿਲੀ। ਨਹੀਂ ਤਾਂ ਇੱਕ ਸੀਟ 'ਤੇ 3 ਜਣੇ ਫਸੇ ਹੋਏ ਸੀ। ਬਸ ਅਸੀਂ 2 ਜਣੇ ਸੀ ਜਿਹੜੇ ਸੌਖੇ ਰਹੇ। ਮੈਨੂੰ ਮੰਗਣੇ ਵੀ ਨਾ ਪੈਂਦੇ। ਉਹਦੇ ਮਹਿੰਗੇ ਕੱਪੜੇ ਉਹ ਆਪ ਹੀ ਦੇਈ ਜਾਂਦਾ। ਫਲੋਟਰ ਪਾ ਕੇ ਪੂਰੀ ਅਮੀਰਾਂ ਵਾਲੀ ਫੀਲਿੰਗ 'ਚ ਮੈਂ ਸ਼ੌਕੀ ਹੋਰਾਂ 'ਤੇ ਹਵਾ ਕਰਦਾ। ਉਹ ਮੱਚ ਕੋਲਾ ਹੁੰਦੇ। ਜਦੋਂ ਸੜੇ ਜੇ ਖੇਸ ਓਟਦੇ ਤਾਂ ਮੈਂ ਉਸ ਮੁੰਡੇ ਵਾਲੇ ਗੁਗਲੂ ਜੇ ਕੂਲੇ ਕੰਬਲ ਦਾ ਨਿੱਘ ਮਾਣਦਾ। ਹਰੇਕ ਸਟੇਸ਼ਨ 'ਤੇ ਕਿਸੇ ਇੱਕ ਜਣੇ ਦੀ ਡਿਊਟੀ ਹੁੰਦੀ ਸੀ ਪਾਣੀ ਭਰਨ ਦੀ। ਨੀਂਦ ਜਿਹੀ 'ਚ ਮੈਂ ਜਦੋਂ ਟੂਟੀ ਤੋਂ ਪਾਣੀ ਭਰ ਆਪਣੀ ਬੋਗੀ ਵੱਲ ਮੂੰਹ ਘੁਮਾਇਆ ਤਾਂ ਸਾਲਾ ਪਤਾ ਹੀ ਨਾ ਲੱਗਿਆ ਕਿੱਥੋਂ ਕਾਲੇ ਬੂਥਿਆਂ ਵਾਲਿਆਂ ਨੇ ਲੱਤਾਂ ਘਸੂਨਾਂ ਦੀ ਵਰਖਾ ਕਰਤੀ। ਨੀਂਦ ਹੋਸ਼ ਵੀ ਉੱਡ ਗਏ। ਕੁਟਾਪਾ ਇਉਂ ਹੋ ਰਿਹਾ ਸੀ ਜਿਵੇਂ ਗਰਮੀਆਂ 'ਚ ਛੱਤ 'ਤੇ ਪਿਆ ਉੱਤੇ ਅਚਾਨਕ ਬੱਚੇ ਕੁੱਟਮੀਂਹ ਪੈ ਜਾਂਦਾ ਹੁੰਦਾ। ਅਚਾਨਕ ਹੋਏ ਕਮਲੇ ਕਰਕੇ ਆਵਾਜ਼ ਨਹੀਂ ਸੀ ਮਾਰੀ ਗਈ, ਡਰ ਗਿਆ ਸੀ। ਪਰ ਬਰੇਲੀ ਦੀ ਪੁਲਿਸ ਪਤਾ ਨਹੀਂ ਕਿਉਂ ਖੜੀ ਤਮਾਸ਼ਾ ਦੇਖਦੀ ਰਹੀ। ਦੋਵੇਂ ਸਿਪਾਹੀ ਚਾਹ ਦੀਆਂ ਚੁਸਕੀਆਂ ਨਾਲ ਮੇਰੀਆਂ ਸਿਸਕੀਆਂ ਸੁਣ ਮਜ਼ਾ ਲੈਂਦੇ ਰਹੇ। ਹੁਣ ਵਾਰੀ ਸੀ ਗੰਗਾ ਰਾਮ ਬਾਬਾ ਜੀ ਦੀ ਦਿੱਤੀ 13ਵੀਂ ਵਿੱਦਿਆ ਵਰਤਣ ਦੀ, ਜਣੀ ਭੱਜਣ ਦੀ। ਉਹ ਕਹਿੰਦੇ ਹੁੰਦੇ ਸੀ ਜਦੋਂ ਕਿਤੇ ਇਕੱਲੇ ਫਸ ਜਾਈਏ, ਕੋਈ ਚਾਰਾ ਨਾ ਬਚੇ ਤਾਂ ਪੱਤਰੇ ਵਾਚ ਜਾਓ। ਜਦੋਂ ਇੱਕ ਸੰਜੇ ਦੱਤ ਵਾਂਗੂ ਲੰਬੂ ਜਿਹੇ ਵਾਲਾਂ ਨੂੰ ਖਿਲਾਰਦਾ ਦੋਵੇਂ ਪਾਸਿਆਂ ਤੋਂ ਦੰਦਿਆਂ ਵਾਲਾ ਖਪਰਾ ਚਾਕੂ ਕੱਢੀ ਮੇਰੇ ਵੱਲ ਵਧਿਆ ਤਾਂ ਮੌਤ ਦਿਸੀ। ਜਰਾਬਾਂ 'ਚੋਂ ਚਾਕੂ ਉਹਨੇ ਜਮਾਂ ਫਿਲਮੀ ਸਟਾਈਲ 'ਚ ਕੱਢਿਆ ਸੀ ਤੇ ਮੈਨੂੰ 3-4 ਜਣੇ ਬਾਹਾਂ ਤੋਂ ਫੜੀ ਖੜੇ, 4-5 ਆਲੇ ਦੁਆਲੇ ਤੋਂ ਥੱਪੜ ਮਾਰੀ ਜਾਣ। ਜਿਹਦੇ ਠੀਕ ਆਉਂਦਾ ਉਹ ਲੱਤਾਂ 'ਤੇ ਲੱਤ ਵੀ ਮਾਰ ਦਿੰਦਾ। ਪਤਾ ਨਹੀਂ ਤਾਂ ਹੁਣ ਮੌਤ ਦੇ ਡਰ ਨੇ ਜੋਸ਼ ਭਰਤਾ ਸੀ ਜਾਂ ਫਿਰ ਗੰਗਾ ਰਾਮ ਬਾਬਾ ਜੀ ਦੀ ਗੱਲ ਸੱਚ ਹੋ ਗਈ, ਜਿਸ 'ਚੋਂ ਕਹਿੰਦੇ ਹੁੰਦੇ ਸੀ ਇੱਕ ਵਾਰ ਖਵਾਜਾ ਤੇ ਮੌਤ ਮੌਕਾ ਜ਼ਰੂਰ ਦਿੰਦੇ ਨੇ, ਪਰ ਜੇ ਬੰਦਾ ਹੋਵੇ। ਜੇ ਹੁਣ ਹੋਇਆ ਹੀ ਲੀਰਾਂ ਦਾ, ਫੇਰ ਕੀ ਕਹਿਣਾ। ਮੈਥੋਂ ਪਤਾ ਨਹੀਂ ਕਿਵੇਂ ਇੱਕ ਜ਼ੋਰਦਾਰ ਝੂਟਾ ਜਿਹਾ ਵੱਜਿਆ। ਮੈਂ ਛੁੱਟ ਗਿਆ। ਹੋ ਸਕਦਾ ਮੈਨੂੰ ਛੱਡਣਾ ਹੀ ਚਾਹੁੰਦੇ ਹੋਣ। ਜਦੋਂ ਮੈਂ ਗੱਡੀ ਵੱਲ ਨੂੰ ਭੱਜਿਆ ਤਾਂ ਅੱਗੋਂ ਟੋਨੀ ਹੋਰੀ ਵੀ ਉਤਰਦੇ ਦਿਖੇ। ਮੈਂ ਰੁਕ ਗਿਆ। ਉਹਨਾਂ ਵੱਲ ਨੂੰ ਹੋ ਕੇ ਗਾਲ ਕੱਢੀ ਤੇ ਵੰਗਾਰੇ, ਆ ਜਾਓ। ਬਦਲਾ ਲੈਣ ਦਾ ਖਿਆਲ ਆ ਗਿਆ ਸੀ। ਮੇਰੀ ਇਹ ਸਮੱਸਿਆ ਹੀ ਰਹੀ ਹੁਣ ਤੱਕ। ਬਾਅਦ 'ਚ ਬੇਸ਼ੱਕ ਅਗਲੇ ਨੂੰ ਮਨਾ ਲਵਾਂ, ਮਾਫੀ ਮੰਗ ਲਵਾਂ, ਪਰ ਮੌਕੇ 'ਤੇ ਮੇਰਾ ਰੀਐਕਟ ਬਹੁਤ ਭੈੜਾ ਹੁੰਦਾ। ਉਦੋਂ ਤਾਂ ਭੈੜਾ ਵੀ ਨਹੀਂ ਕਹਿ ਸਕਦੇ, ਬਿਨਾਂ ਕਸੂਰੋਂ ਕੁੱਟਿਆ ਸੀ। ਕੁੱਟਿਆ ਵੀ ਸਾਲਿਆਂ ਨੇ ਬਹੁਤ ਸੀ। ਹੁਣ ਕਿਸਮਤ ਹੀ ਤਾਂ ਪਾਂਡੂ ਦਾ ਕੀ ਕਸੂਰ। ਜਦੋਂ ਰੁਕ ਗਿਆ ਉਹਨਾਂ ਨੂੰ ਵੰਗਾਰਦਾ, ਗਾਲਾਂ ਕੱਢਦਾ ਤਾਂ ਉਦੋਂ ਹੀ ਗੱਡੀ ਚੱਲ ਪਈ। ਮੇਰੇ ਨਾਲ ਦੀ ਗੱਡੀ 'ਚ ਨੂੰ ਚੱਲ ਪਏ। ਜਦੋਂ ਮੈਂ ਭੱਜਣ ਲੱਗਿਆ ਤਾਂ ਫਲੋਟਰਾਂ 'ਚ ਪੈਰ ਤਿਲਸ ਗਿਆ, ਪਿਆ ਮੂੰਹ ਭਰਨੇ। ਬਸ ਫੇਰ ਚੱਕ ਲਿਆ ਅਗਲਿਆਂ ਨੇ। ਉਧਰ ਗੱਡੀ ਦੀ ਛੁੱਕ ਹੋਈ ਜਾਵੇ, ਇੱਧਰ ਮੇਰੀ ਠੁੱਕ ਹੋਈ ਜਾਵੇ। ਬਹੁਤ ਮਾੜੇ ਖਿਆਲ ਆ ਰਹੇ ਸੀ ਬਈ ਮਰ ਗਿਆ ਅੱਜ ਤਾਂ, ਭੀਰਾ ਮਾਮਾ ਪੈ ਗਿਆ ਝੂਠਾ। ਪਰ ਸ਼ੁਕਰ ਹੋਇਆ ਉਸ ਸਰਦਾਰ ਫੌਜੀ ਦਾ ਜਿਹਨੇ ਆ ਕੇ ਛੁਡਾਇਆ ਤੇ ਮੈਨੂੰ ਭਜਾਇਆ। ਮਸਾਂ ਕਿਤੇ ਜਾ ਕੇ ਤਾਕੀ ਨੂੰ ਹੱਥ ਪਿਆ। ਮੁੜ ਕੇ ਆਪਾਂ ਨਹੀਂ ਉਤਰੇ ਕਲਕੱਤੇ ਤੱਕ। ਜੀ ਜ਼ਰੂਰ ਕਰੇ ਕਿ ਚੈਨਾ ਖਿੱਚ ਕੇ ਪੁੱਛ ਕੇ ਤਾਂ ਆਵਾਂ ਬਈ ਦੱਸ ਤਾਂ ਦਿਓ ਮੇਰੇ ਪਿਓ ਦੇ ਸਾਲਿਓ, ਕਿਉਂ ਕੁੱਟਿਆ ਭਾਣਜੇ ਨੂੰ। ਕਦੇ ਦਿਲ ਕਰੇ ਬਈ ਅਸੀਂ 12-13 ਜਣੇ ਆ ਕਿ ਉਹਨਾਂ ਬਦਲਾ ਲੈ ਹੀ ਲਈਏ। ਖੈਰ, ਇੱਕ ਗੱਲ ਜੋ ਮੈਂ ਸਿੱਖੀ ਇਸ ਕੁੱਟ ਤੋਂ ਇਹ ਸੀ ਵੀ ਬਗਾਨਾ ਗਹਿਣਾ ਪਾਇਆ ਅੱਧਾ ਰੂਪ ਗਵਾਇਆ। ਜੇ ਮੈਂ ਫਲੋਟਰ ਨਾ ਪਾਏ ਹੁੰਦੇ ਤਾਂ ਰੀਟਾ ਚੱਪਲ ਤੋਂ ਨਹੀਂ ਸੀ ਡਿੱਗਦਾ। ਮਰ ਚੱਲਿਆ ਸੀ ਟੌਰ ਦਾ ਮਾਰਾ। ਛੋਟੇ ਹੁੰਦੇ ਨੂੰ ਕੁਟਾਇਆ ਮੈਨੂੰ ਰੀਟਾ ਚੱਪਲਾਂ ਨੇ ਵੀ ਬਹੁਤ ਹੈ। ਥੋੜ੍ਹੇ ਕੁ ਦਿਨਾਂ ਬਾਅਦ ਮੈਂ ਚੱਪਲ ਭੁੱਲ ਆਉਂਦਾ। ਕਦੇ ਸੂਏ ਨਹਾਉਂਦਾ, ਕਦੇ ਖੂਹ 'ਤੇ ਜੰਮਣਾ ਤੋੜਦਾ। ਨੰਗੇ ਪੈਰੀ ਘਰੇ ਗਏ ਦੇ ਨੰਗੇ ਪਿੰਡੇ 'ਤੇ ਥੱਪੜੇ ਪੈਂਦੇ ਸੁਣ ਕੇ ਸਰਬ ਦੀ ਬੀਬੀ ਨੇ ਕਹਿਣਾ, ਨਹੀਂ ਬੀਬੀ ਕਾਹਨੂੰ ਮਾਰਦੀ ਇਹਨੂੰ ਗਰੀਬ ਨੂੰ, ਕੋਈ ਨਹੀਂ
ਕਿਧਰੇ ਨਹੀਂ, ਪੜ੍ਹ ਲੂ ਜਿੰਨਾ ਪੜ੍ਹਨਾ ਹੋਊ, ਨਹੀਂ ਪੜ੍ਹੂ ਖੇਤੀ ਕਰ ਲਓ। ਸ਼ਿੰਦਰ ਭਾਬੀ ਮਜ਼ਾਕ ਕਰਦੀ, ਚਾਚੀ ਇਹਨੇ ਤਾਂ ਆਪਦੀ ਬਹੂ ਵੀ ਭੁੱਲ ਆਉਣੀ ਆ, ਮਲੋ ਗਏ ਨੇ, ਇਹਨੂੰ ਨਾ ਵਿਹਾਈ ਕਦੇ। ਉਹਦਾ ਇਹ ਮਜ਼ਾਕ ਸੱਚ ਵੀ ਸਾਬਤ ਹੋਇਆ ਬਾਅਦ ਵਿੱਚ। ਘਰ ਵਾਲੀ ਭੁੱਲਣ ਵਾਲਾ ਕਿੱਸਾ ਵੀ ਬਹੁਤ ਖਤਰਨਾਕ ਤੇ ਦਿਲਚਸਪ ਹੈ, ਅੱਗੇ ਜਾ ਕੇ ਗੱਲ ਕਰਾਂਗੇ। ਬਰੇਲੀ ਤੋਂ ਕੁੱਟ ਨਾਲ ਹੀ ਇੰਨਾ ਰੱਜ ਗਿਆ ਕਿ ਕੁਛ ਨਾ ਖਾਧਾ ਪੀਤਾ ਕਲਕੱਤੇ ਤੱਕ। ਬਸ ਸੋਚੀ ਜਾਵਾਂ ਬਈ ਹੋ ਕੀ ਗਿਆ। ਸ਼ੋਕੀ ਟੋਨੀ ਹੋਰੀ ਅਗਲੇ ਡੱਬੇ 'ਚ ਸੀ, ਮੈਂ ਕੁੜੀਆਂ ਵਾਲੇ 'ਚ। ਡਰਦਾ ਮਾਰਾ ਕੁਛ ਨਾ ਬੋਲਿਆ। ਮੱਲੀ ਸਾਹਿਬ ਨੇ ਘੂਰ ਹੀ ਇੰਨਾ ਦਿੱਤਾ, ਜੇ ਹੁਣ ਸੀਟ ਤੋਂ ਉਤਰਿਆ ਪਹਿਲਾਂ ਤਾਂ ਮੈਂ ਫੈਂਟਾ ਚਾੜੂ, ਫਿਰ ਜਿੱਦਣ ਮਿਲੇ ਸ਼ੇਰੇ ਨੂੰ ਦੱਸੂ, ਕਹਿ ਕੇ ਉਹਨੇ ਮੈਨੂੰ ਹੋਰ ਡਰਾਤਾ। ਕੁੜੀਆਂ ਵੀ ਡਰਦੀਆਂ ਮਾਰੀਆਂ ਕੁਛ ਨਾ ਪੁੱਛਣ, ਪਰ ਗੁਰਬਲ ਜਿਹੀ ਤਾਂ ਹੋ ਹੀ ਜਾਂਦੀ ਸੀ। ਚੋਰ ਦੀ ਦਾੜੀ ਵਾਂਗੂ ਮੈਂ ਆਪਣੀ ਠੋਡੀ ਨੂੰ ਮਲੀ ਜਾਵਾਂ। ਉਹ ਕਿਸੇ ਵੀ ਗੱਲ 'ਤੇ ਹੱਸਿਆ ਕਰਨ, ਮੈਨੂੰ ਲੱਗੇ ਜਿਵੇਂ ਮੇਰੀ ਕੁਟਾਈ ਵਾਲੀ ਗੱਲ 'ਤੇ ਹੱਸਦੇ ਨੇ। ਕਦੇ ਦਿਲ ਕਰੇ ਵੀ ਇਹਨਾਂ ਨੂੰ ਦੱਸ ਦਿਆਂ ਕਿ ਮੇਰਾ ਕੋਈ ਕਸੂਰ ਨਹੀਂ ਭੈਣੋ, ਮੇਰੀਓ ਮੈਂ ਤਾਂ ਚੋਰ ਦੇ ਭੁਲੇਖੇ ਮਾਰਿਆ ਗਿਆ। ਦਰਅਸਲ ਚੋਰ ਤਾਂ ਸ਼ੋਕੀ ਸੀ, ਪੰਗਾ ਤਾਂ ਸ਼ੋਕੀ ਨੇ ਪਾਇਆ ਹੋਇਆ ਸੀ। ਉਹਨੇ ਹੀ ਪਿਛਲੇ ਸਟੇਸ਼ਨ 'ਤੇ ਉਹਨਾਂ ਮੁੰਡਿਆਂ 'ਤੇ ਹਵਾ ਕਰੀ ਸੀ, ਕੁੜੀਆਂ 'ਚ ਨੰਬਰ ਬਣਾਉਣੇ ਨੇ। ਮੈਨੂੰ ਤਾਂ ਉਹਨਾਂ ਨੇ ਭੁਲੇਖੇ 'ਚ ਹੀ ਮਾਂਜਤਾ ਸੀ ਗਰੀਬ ਨੂੰ। ਉਹ ਮੁੰਡੇ ਕੁੜੀਆਂ ਦੀਆਂ ਸੀਟਾਂ 'ਤੇ ਫਸ ਬੈਠਦੇ ਸੀ। ਸ਼ੋਕੀ ਹੀਰੋਗਿਰੀ ਦਿਖਾ ਕੇ ਆਇਆ ਸੀ, ਹੁਣ ਪਿਆ ਰਿਹਾ ਸੀਟ 'ਤੇ, ਪਰ ਬੇਸ਼ਰਮਾਂ ਦੀ ਡੁੱਲੀ ਦਾਲ ਵਾਂਗ। ਕਲਕੱਤੇ ਪਹੁੰਚ ਕੇ ਮੈਂ ਫੇਰ ਸ਼ੁਰੂ। ਅਗਲਾ ਕਾਂਡ ਹੈ ਸਸਤਾ ਕਤਲ ਤੇ ਅਸੀਂ। ਕਲਕੱਤੇ ਬਾਰੇ ਹੋਰ ਵੀ ਬਹੁਤ ਕੁਛ ਹੈ ਲਿਖਣ ਵਾਲਾ, ਪੂਰੀ ਕਿਤਾਬ ਹੀ ਲਿਖੀ ਜਾ ਸਕਦੀ ਹੈ, ਪਰ ਆਪਾਂ ਟੂਰਨਾਮੈਂਟ 'ਤੇ ਉਸ ਢਾਬੇ ਵਾਲੇ ਦੀ ਗੱਲ ਕਰਾਂਗੇ ਜਿੱਥੇ ਸਭ ਤੋਂ ਸਸਤੇ ਕਤਲ ਦਾ ਲਿਖਤੀ ਬੋਰਡ ਲੱਗਿਆ। ਮੱਲੀ ਸਰ ਤੋਂ ਝਿੜਕਾਂ ਖਾ ਕੇ ਅਸੀਂ ਖਾਣਾ ਖਾਣ ਲਈ ਕਤਾਰ 'ਚ ਵੜ ਗਏ, ਧੁੱਸ ਜੀ ਦੇ ਕੇ। ਧੱਕਾ ਊਂ ਵੀ ਸਾਡੇ ਖੂਨ 'ਚ ਹੈ, ਪੰਜਾਬੀ ਜੋ ਆ। ਧੱਕਿਆਂ ਦਾ ਮੁਕਾਬਲਾ ਕਰਦੇ ਕਰਦੇ ਸਾਡੇ DNA 'ਚ ਵੀ ਧੱਕਾ ਵਸ ਗਿਆ। ਉੱਤੋਂ ਅਸੀਂ ਕਬੱਡੀ ਵਾਲੇ। ਮੈਸ ਦਾ ਰੂਲ ਸੀ ਵੀ ਰੋਟੀਆਂ ਤੇ ਚੌਲ ਜਿੰਨੇ ਮਰਜ਼ੀ ਲਓ, ਪਰ ਮੀਟ ਦੇ ਪੀਸ ਇੱਕੋ ਵਾਰੀ ਮਿਲਣਗੇ। ਹਾਂ, ਤਰੀ ਦੁਬਾਰਾ ਪਵਾ ਸਕਦੇ। ਇਹੋ ਹਾਲ ਖਾਣੇ ਤੋਂ ਬਾਅਦ ਮਿਲਣ ਵਾਲੀ ਮਠਿਆਈ ਦਾ ਸੀ। ਹਾਵੜੇ ਦੇ ਪੇੜੇ ਸਿਰਫ ਇੱਕ ਵਾਰੀ ਮਿਲਦੇ, ਉਹ ਵੀ ਬਸ। ਅਨੁਸ਼ਾਸਨ ਤੇ ਕਬੱਡੀ ਦਾ ਤੇ ਜਿਵੇਂ ਵੈਰ ਹੀ ਹੁੰਦਾ। ਖਾਣ ਪੀਣ ਦੇ ਮਾਮਲੇ 'ਚ ਤਾਂ ਬਸ ਪੁੱਛੋ ਹੀ ਨਾ। ਸਾਨੂੰ ਇੱਕ ਸਕੀਮ ਸੁੱਝ ਗਈ। ਜਿਹੜੇ ਵਰਤਾਵੇ ਹਨ ਉਹ ਨਵੀਂ ਪਲੇਟ ਵਾਲੇ ਨੂੰ ਖਾਣਾ ਦੇਣ ਲੱਗੇ ਮੂੰਹ ਨਹੀਂ ਦੇਖਦੇ, ਬਸ ਇਮਾਨਦਾਰ ਸਮਝ ਕੇ ਪਾਈ ਜਾਂਦੇ। ਅਸਲ 'ਚ ਉਹ ਲੋਕ ਖੁਦ ਇਮਾਨਦਾਰ ਹੈ। ਅਸੀਂ ਕੀ ਕਰਿਆ ਕਰੀਏ, ਗਲਾਸ ਪਾਣੀ ਦਾ ਮਾਰ, ਪਲੇਟ ਧੋ ਕੇ ਫਿਰ ਪਵਾ ਲਿਆ ਕਰੀਏ, ਬਸ ਲਿਆਤੀ ਨੇਰੀ। ਬਾਕੀਆਂ ਦੀ ਤਾਂ ਵਾਰੀ ਨਹੀਂ ਸੀ ਆਉਣ ਦਿੰਦੇ। ਪਰ ਉਹ ਲੋਕ ਖਾਣ ਵੇਲੇ ਵੀ ਅਨੁਸ਼ਾਸਨ ਭੰਗ ਨਹੀਂ ਸੀ ਕਰਦੇ, ਬੜੇ ਆਰਾਮ ਨਾਲ ਖੜੇ ਰਹਿੰਦੇ ਵਾਰੀ ਦੀ ਉਡੀਕ 'ਚ। ਮੈਚ ਰਾਤ ਨੂੰ ਹੋਣ ਕਰਕੇ ਦਿਨੇ ਅਸੀਂ ਆਰਾਮ ਦੀ ਬਜਾਏ ਘੁੰਮੀ ਕਰਨ ਚਲੇ ਜਾਂਦੇ। ਮੈਂ ਤੇ ਟੋਨੀ ਸੁਣਾ ਕੇ ਉਸ ਢਾਬੇ ਨੂੰ ਲੱਭਣ ਤੁਰ ਪਏ ਜਿੱਥੇ ਹੁਣ ਤੱਕ ਦਾ ਸਭ ਤੋਂ ਘੱਟ ਰਕਮ ਜਾਣੀ 3 ਰੁਪਏ 75 ਪੈਸੇ ਪਿੱਛੇ ਕਤਲ ਹੋਇਆ ਸੀ। ਸੁਣਦੇ ਸੀ ਕਿ ਲਿਖਤੀ ਬੋਰਡ ਵੀ ਲੱਗਿਆ ਹੋਇਆ ਉੱਥੇ। ਲੱਭਣਾ ਲਭਾਉਣਾ ਕੀ ਸੀ, ਜੋ ਹੈ ਸੀ ਉਹ ਵੀ ਖੋ ਬੈਠੇ। ਗੱਲਾਂ 'ਚ ਰਸਤਾ ਯਾਦ ਹੀ ਨਾ ਰੱਖਿਆ ਵਾਪਸੀ ਦਾ। ਮੈਂ ਦੁਨੀਆ ਦਾ ਸਭ ਤੋਂ ਵੱਡਾ ਭੁਲੱਕੜ ਹਾਂ ਤੇ ਟੋਨੀ ਮੇਰੀਆਂ ਗੱਲਾਂ 'ਚ ਉਲਝ ਗਿਆ। ਉੱਥੇ ਸਸਤੇ ਕਤਲ ਬਾਰੇ ਲਿਖਿਆ ਤਾਂ ਕੁਛ ਨਾ ਮਿਲਿਆ, ਪਰ ਜਿਹਾ ਮਿਲਿਆ ਉਹ ਅੱਜ ਤੱਕ ਨਹੀਂ ਮਿਲਿਆ। 9 ਰੁਪਏ 'ਚ ਮੀਟ ਦੀ ਪਲੇਟ ਵੀ ਸੁੱਖ ਨਾਲ ਛੋਟੇ ਟੱਬਰ ਦੀ ਭਰਾਤ ਜਿੱਡੀ। ਮੋਟੀਆਂ ਸੰਖੀਆਂ ਦੇਖਣ ਸਾਰੀ ਅਸੀਂ ਭੁੱਲ ਗਏ ਕਿ ਇੱਥੇ ਕੀ ਦੇਖਣ ਆਏ ਆ। ਕੌਲੀ ਤਾਂ ਲਾਲ ਇਕੱਠੀ ਹੋ ਗਈ ਹੋਊ ਮੂੰਹਾਂ 'ਚੋਂ। ਉੱਤੋਂ ਭੁੱਖੜਾਂ ਨੂੰ ਭੁੱਖ ਵੀ ਕਹੇ ਵੀ ਜੋ ਹੈ ਬਸ ਢਿੱਡ 'ਚ ਪੈ ਜੇ ਛੇਤੀ। 1-2 ਵਾਰੀ ਦਿਮਾਗ 'ਚ ਆਇਆ ਵੀ ਬੱਕਰਾ ਐਡਾ ਕਿੱਡਾ ਕ ਨਰੋਆ ਹੋਊ ਜਿਹੜਾ ਐਡੇ ਸਾਹਨ ਦੇ ਹੱਡਾਂ ਵਰਗੇ ਹੱਡ ਨੇ। ਫਿਰ ਸੋਚਿਆ ਮੁਫਤ ਦੀ ਗਊ ਦੇ ਦੰਦ ਨਹੀਂ ਗਿੜੀ ਦੇ। ਆਪਾਂ ਤਾਂ ਡੇਢ ਤਾਂ ਪੈਸੇ ਵੀ ਟੋਨੀ ਦੇ ਸੀ। ਖਾ ਕੇ ਉੱਠਣ ਲੱਗੇ ਤਾਂ ਪਤਾ ਨਾ ਲੱਗੇ ਕਿੱਧਰੋਂ ਆਏ ਸੀ। ਇੱਕ ਪੰਜਾਬੀ ਡਰਾਈਵਰ ਦਿਖਿਆ, ਰਸਤਾ ਪੁੱਛਣ ਲਈ ਉਹਦੇ ਟੇਬਲ ਕੋਲ ਨੂੰ ਹੋ ਗਏ। ਦੰਦਾਂ 'ਚ ਫਸਿਆ ਮਾਸ ਉਂਗਲੀ ਨਾਲ ਕੱਢਦੇ ਹੋਏ, ਭਾਜੀ ਅਸੀਂ ਕੁਝ ਨਹੀਂ ਜਾਣਦੇ, ਜੇ ਰਸਤਾ ਭੁੱਲਣ ਡਏ ਆ। ਟੋਨੀ ਨੇ ਰਸਤਾ ਪੁੱਛਿਆ, ਅੱਗੋਂ ਵੀ ਰਸਤਾ ਦੱਸਣ ਦੀ ਬਜਾਏ ਹੋਰ ਹੀ ਕੁਝ ਦੱਸਣ ਲੱਗ ਪਿਆ। ਕਹਿੰਦਾ ਭਾ ਉਂਝ ਹੀ ਨਾ ਬੱਕਰਾ ਸਮਝ ਕੇ ਗਾਈਆਂ ਖਾਈ ਜਾਇਓ, ਇਹ ਬੰਗਾਲੀ ਬੜੇ ਚਾਲੂ ਜੇ, ਹੋਰ ਹੀ ਕੁਝ ਖਵਾ ਛੱਡਦੇ ਨੇ ਬੱਕਰੇ ਆ ਕੇ। ਮੈਨੂੰ ਤਾਂ ਇੰਨਾ ਫਰਕ ਨਾ ਪਿਆ, ਆਪਾਂ ਤਾਂ ਇੱਕ ਡਕਾਰ ਜਿਹਾ ਮਾਰ ਹੋ ਗਏ ਸਿੱਧੇ ਅੰਦਾਜ਼ੇ ਨਾਲ ਮੰਜ਼ਲ ਵੱਲ ਨੂੰ। ਪਰ ਟੋਨੀ ਵਿਚਾਰਾ ਸੀਗਾ ਦੇਵੀ ਭਗਤ ਵੀ ਵੈਸ਼ਨੂ ਦੇਵੀ ਦਾ, ਕਾਲੀ ਮਾਤਾ ਦਾ ਹੁੰਦਾ ਤਾਂ ਸਰ ਵੀ ਜਾਂਦਾ। ਅਸੀਂ ਤੁਰੇ ਜਾ ਰਹੇ ਸੀ, ਮੈਂ ਅੱਗੇ ਟੋਨੀ ਮੇਰੇ ਪਿੱਛੇ ਚੁੱਪਚਾਪ। ਮੈਂ ਭੱਜ ਕੇ ਫੁਰਤੀ ਨਾਲ ਇੱਕ ਪਾਸੇ ਨੂੰ ਹੁੰਦੇ ਹੋਏ ਉਹ ਤੇਰੀ ਕਹਿੰਦੇ ਨੇ ਦੁਖਦੀ ਹੋਈ ਗਰਦਨ ਪਿੱਛੇ ਨੂੰ ਘੁਮਾਈ। ਮੈਨੂੰ ਲੱਗਿਆ ਕੋਈ ਸਾਹਨ ਰੀਂਗਦਾ ਹੋਇਆ ਮੈਨੂੰ ਮਾਰਨੇ ਪਿਆ, ਪਰ ਉਹ ਤਾਂ ਟੋਨੀ ਸੀ ਜੋ ਇਹ ਸੋਚ ਕੇ ਉਲਟੀ ਕਰ ਰਿਹਾ ਸੀ ਵੀ ਉਹਨੇ ਗਾਂ ਦਾ ਮਾਸ ਖਾ ਲਿਆ। ਉਲਟੀ ਦੇ ਛਿੱਟੇ ਮੇਰੇ ਫਲੋਟਰਾਂ ਤੱਕ ਕੱਪੜ ਗਏ। ਇੱਕ ਦੁਕਾਨ ਦੇ ਮੂਹਰਿਓਂ ਟੂਟੀ ਤੇ ਕੁਰਲੀ ਕਰਦਾ ਬੋਲਿਆ, ਸਾਲਿਆ ਪਟਿਆਲੀਆ ਤੇਰੀ ਬੇੜੀ ਬਹਿ ਜੇ। ਹੁਣ ਹੱਸਣ ਡਿਆ। ਭਰਾ ਮੈਂ ਸੱਚ ਆਂਦਾ, ਮੈਨੂੰ ਘਰਦਿਆਂ ਘਰੋਂ ਦੌੜਾ ਦੇਣਾ ਹੀ। ਮੈਂ ਤੇ ਹੁਣੇ ਹੀ 40 ਦਿਨ ਪੂਰੇ ਕੀਤੇ ਨੇ ਗਊ ਮਾਤਾ ਨੂੰ ਪੇੜੇ ਦੇ ਕੇ।
ਮੈਂ ਵੀ ਪੈਰ ਧੋਤੇ ਤੇ ਉਹਨੂੰ ਸਾਈਡ ਤੇ ਜੱਫੀ 'ਚ ਲੈਂਦੇ ਹੋਏ, ਡਰਨਾ, ਤੂੰ ਕਿਹੜਾ ਕੋਈ ਜਾਣ-ਬੁੱਝ ਕੇ ਖਾਧੀ ਹੈ? ਅਣਜਾਣੇ 'ਚ ਖਾਧਾ ਪਾਪ ਨਹੀਂ ਹੁੰਦਾ, ਨਾਲੇ ਜ਼ਰੂਰੀ ਤਾਂ ਨਹੀਂ ਜੋ ਆਪਾਂ ਸੋਚਦੇ ਹਾਂ ਉਹੀ ਹੋਵੇ। ਉਹ ਤੇ ਠੀਕ ਹੈ, ਪਰ ਘਬਰਾਹਟ ਜਿਹੋ ਜਿਹੀ ਹੋਣ ਡਈ ਏ। ਜਦੋਂ ਮੇਰੇ ਮੂੰਹ 'ਚੋਂ ਨਿਕਲਿਆ ਬਈ ਸਵਾਦ ਬਹੁਤ ਸੀ, ਤਾਂ ਕਹਿੰਦਾ ਹਾਂ ਹੈ ਤਾਂ ਟੇਸਟੀ ਸੀ। ਚੱਲ ਛੱਡ ਹੁਣ, ਸ਼ੌਕੀ ਹੋਰਾਂ ਨੂੰ ਨਾ ਦੱਸੀ। ਕਿਸੇ ਸ਼ੌਕੀ ਫੋਕੀ ਨੂੰ ਨਹੀਂ ਦੱਸਣਾ। ਤੂੰ ਤੁਰ ਪੈ, ਹਨੇਰਾ ਹੋ ਜੂ, ਨਹੀਂ ਤਾਂ ਲੱਭਦਿਆਂ ਨੂੰ ਕਹਿ ਕੇ ਮੈਂ ਪੈਰ ਧੋ ਲਏ। ਉਹਨੂੰ ਧਰਵਾਸਾ ਜਿਹਾ ਮਿਲ ਗਿਆ। ਅਸੀਂ ਅੰਦਾਜ਼ੇ ਨਾਲ ਹੀ ਜਾਂਦੇ ਰਹੇ। ਬਸ ਇੱਕੋ ਚੀਜ਼ ਦੀ ਮਾੜੀ ਮੋਟੀ ਨਿਸ਼ਾਨੀ ਸੀ, ਡਨਲਪ ਲਿਖਿਆ ਹੋਇਆ ਦਿਖਦਾ ਸੀ, ਬੰਗਾਲੀ 'ਚ ਵੀ ਤੇ ਥੱਲੇ ਛੋਟਾ ਜਿਹਾ ਅੰਗਰੇਜ਼ੀ 'ਚ ਵੀ। ਹੁਣ ਇੱਕ ਮੱਛੀ ਮਾਰਕੀਟ ਨੂੰ ਪਾਰ ਕਰ ਰਹੇ ਸੀ। ਉੱਥੇ ਮੱਛੀਆਂ ਦੀਆਂ ਛੋਟੀਆਂ ਵੱਡੀਆਂ ਢੇਰੀਆਂ ਲੱਗੀਆਂ ਸੀ। ਕਈ ਤਾਂ ਜਿਵੇਂ ਹੁਣੇ ਹੀ ਟੋਭੇ 'ਚੋਂ ਫੜ ਕੇ ਸੁੱਟੀਆਂ ਹੁਣ ਜਿਉਂਦੀਆਂ ਸੀ। ਕੁਝ ਉੱਬੜ ਕੇ ਸੜਕ 'ਤੇ ਮਰੀਆਂ ਪਈਆਂ, ਜਿਵੇਂ ਸਬਜ਼ੀ ਮੰਡੀ 'ਚ ਖਰਾਬ ਹੋਏ ਟਮਾਟਰਾਂ ਨੂੰ ਰੇਹੜੀਆਂ ਵਾਲੇ ਰੋੜ ਦਿੰਦੇ ਨੇ। ਉੱਥੇ ਮੱਛੀਆਂ ਦੀ ਗੰਧ ਬਹੁਤ ਤੇਜ਼ ਸੀ, ਨੱਕ ਬੰਦ ਕਰਕੇ ਤੁਰਨ ਵਾਲਾ ਮਾਹੌਲ। ਅਸੀਂ ਰਸਤਾ ਪੁੱਛੀਏ ਪਰ ਕਿਸੇ ਨੂੰ ਸਮਝ ਹੀ ਨਾ ਲੱਗੇ। ਬੰਗਾਲੀ ਲੋਕੀ ਆਪਸ ਵਿੱਚ ਇੱਕ ਵੀ ਸ਼ਬਦ ਕਿਸੇ ਹੋਰ ਭਾਸ਼ਾ ਦਾ ਨਹੀਂ ਬੋਲਦੇ, ਪਰ ਜਦੋਂ ਕਿਸੇ ਹੋਰ ਬੰਦੇ ਨਾਲ ਗੱਲ ਕਰਦੇ ਆ, ਜਿਵੇਂ ਸਾਡੇ ਨਾਲ, ਪੂਰੀ ਫਰਾਟੇਦਾਰ ਅੰਗਰੇਜ਼ੀ 'ਚ ਕਰਦੇ, ਅੰਗਰੇਜ਼ਾਂ ਤੋਂ ਵੀ ਵਧੀਆ ਅੰਗਰੇਜ਼ੀ। ਆਪਾਂ ਤਾਂ ਮੂੰਹ ਬੰਦ ਹੀ ਰੱਖਿਆ, ਨਾ ਬੰਗਾਲੀ ਨਾ ਅੰਗਰੇਜ਼ੀ। ਟੋਨੀ ਨੂੰ ਸ਼ਹਿਰੀ ਹੋਣ ਕਰਕੇ ਮੇਰੇ ਤੋਂ 5-7 ਸ਼ਬਦ ਵੱਧ ਰਟੇ ਸੀ। ਉਹ ਵੀ ਵਿਚਾਰਾ 1-2 ਗੱਲਾਂ ਬਾਅਦ ਦੁਆਬੀ 'ਚ ਨੂੰ ਹੋ ਜਿਆ ਕਰੇ। ਦੁਆਬੀ ਤੇ ਅੰਗਰੇਜ਼ੀ ਦੇ ਸੁਮੇਲ ਨਾਲ ਕਿਸੇ ਨੂੰ ਤਾਂ ਸਮਝਾ ਸਕਦਾ ਸੀ ਜੇ ਗਾਹਾਂ ਕਿੱਥੇ ਜਾਣਾ ਸੀ। ਉਹਦਾ ਨਾਮ ਯਾਦ ਹੁੰਦਾ, ਤੇ ਜਿਹੜੀ ਧਰਮਸ਼ਾਲਾ 'ਚ ਸਾਡੀ ਰਿਹਾਇਸ਼ ਸੀ ਉਹਦਾ ਨਾਮ ਭੁੱਲ ਗਏ। ਟੋਨੀ ਤਾਂ ਵਿਚਾਰਾ ਊਂ ਵੀ ਥੋੜ੍ਹੀ ਦੇਰ ਬਾਅਦ ਢਾਬੇ 'ਤੇ ਖਾਧੇ ਮੀਟ ਨੂੰ ਯਾਦ ਕਰਕੇ ਉਲਝ ਜਾਂਦਾ ਸੀ। ਉਹ ਸ਼ਨਾਖਤੀ ਕਾਰਡ ਨਾਲ ਲੱਗੇ ਬਸਕੂਏ ਨਾਲ ਦੰਦਾਂ 'ਚੋਂ ਲਹੂ ਕੱਢੀ ਜਾਵੇ, ਸਫਾਈ ਕਰਦਾ ਵੀ ਕਿਤੇ ਭੋਰਾ ਮਾਸ ਨਾ ਰਹਿ ਗਿਆ ਹੋਵੇ। ਸਾਨੂੰ ਬਸ ਧਰਮਸ਼ਾਲਾ ਦੇ ਨਾਲ ਦੇ ਮੰਦਰ 'ਚ ਲੱਗੀ ਵੱਡੀ ਸਾਰੀ ਮੂਰਤੀ ਯਾਦ ਸੀ। ਉਹ ਵੀ ਹੈਗੀ ਤਾਂ ਕਾਲੀ ਮਾਤਾ ਵਰਗੀ ਕਿਸੇ ਲੋਕਲ ਦੇਵੀ ਦੀ ਸੀ, ਪਰ ਉਲਝਿਆਂ ਹੋਇਆਂ ਨੂੰ ਬਾਬਾ ਬਾਲਕ ਨਾਥ ਲੱਗੀ ਜਾਵੇ। ਜਦੋਂ ਟੋਨੀ ਹੰਭ ਜਾਇਆ ਕਰੇ, ਰਸਤਾ ਪੁੱਛਣ ਲੱਗਿਆ, ਮੈਂ ਮੂਹਰੇ ਹੋ ਕੇ ਸਮਝਾਇਆ ਕਰਾਂ, ਵਹਾਂ ਪਰ ਇੱਕ ਮੂਰਤੀ ਹੈ ਬਾਬਾ ਬਾਲਕ ਨਾਥ ਕੀ, ਪਰ ਕਿੱਥੇ ਪੰਜਾਬ ਦਾ ਵਿਚਾਰਾ ਠੇਠ ਪੇਂਡੂ ਦੇਵਤਾ, ਕਿੱਥੇ ਬੰਗਾਲ ਦੀ ਦੇਵੀ। ਉਹਨਾਂ ਨੇ ਤਾਂ ਸੁਣਿਆ ਵੀ ਨਹੀਂ ਹੋਣਾ ਬਾਬਾ ਬਾਲਕ ਨਾਥ ਜੀ ਕੌਣ ਦੇਵਤਾ ਹੈ। ਫਿਰ ਇੱਕ ਬੰਦਾ ਆਪਣੀ ਪਰੀ ਵਰਗੀ ਬੇਟੀ ਨਾਲ ਸਾਡੇ ਕੋਲ ਨੂੰ ਆ ਕੇ ਕਹਿੰਦਾ, ਤੁਸੀਂ ਜਲੰਧਰ ਤੋਂ? ਨਾ ਜੀ, ਮੈਂ ਤਾਂ ਪਟਿਆਲੇ ਤੋਂ ਹਾਂ। ਮੈਂ ਗਰਦਨ ਦੀ ਮੋਚ ਕਰਕੇ ਬਿਨਾਂ ਮੂੰਹ ਘੁਮਾਏ ਬੋਲਿਆ। ਬਰੇਲੀ ਵਾਲੇ ਕਾਂਡ ਨੇ ਜਲੰਧਰ ਸ਼ਬਦ ਤੋਂ ਵੀ ਡਰਾ ਰੱਖਿਆ ਸੀ। ਦਰਅਸਲ ਉੱਥੇ ਮੇਰੇ ਸ਼ੌਕੀ ਵਾਲਾ ਜਲੰਧਰ ਲਿਖਿਆ ਅੱਪਰ ਪਾਇਆ ਹੋਇਆ ਸੀ, ਤੇ ਤਾਂ ਕਰਕੇ ਉਹਨਾਂ ਨੇ ਭੁਲੇਖੇ 'ਚ ਕੁੱਟਿਆ ਸੀ ਮੈਨੂੰ। ਮੈਂ ਹਾਂ ਜੀ ਜਲੰਧਰ ਸਪੋਰਟਸ ਸਕੂਲ ਕੋਲੋਂ। ਟੋਨੀ ਨੇ ਆਪਣਾ ਦੱਸਦੇ ਨੇ ਖੋਈ ਹੋਈ ਮੰਜ਼ਿਲ ਦਾ ਰਸਤਾ ਵੀ ਪੁੱਛ ਲਿਆ। ਸੂਰਜ ਦੀ ਟਿੱਕੀ ਹੁਣ ਲਾਲੀ ਫੜਦੀ ਜਾ ਰਹੀ ਸੀ। ਅਸੀਂ ਅਣਚਾਹੇ ਡਰਾਂ ਦੇ ਡਰਾਏ ਗੱਲਬਾਤ ਬਾਅਦ 'ਚ ਕਰਦੇ, ਪਹਿਲਾਂ ਰਸਤਾ ਪੁੱਛ ਲੈਂਦੇ। ਉਹ ਆਇਆ ਤਾਂ ਮੱਛੀ ਲੈਣ ਸੀ, ਪਰ ਨਾਲ ਲੈ ਚੱਲਿਆ ਸੀ 2 ਓਦਰੀਆਂ ਗਾਵਾਂ, ਜਾਣੀ ਸਾਨੂੰ। ਘਬਰਾਓ ਨਾ, ਤੁਸੀਂ ਮੇਰੇ ਨਾਲ ਚੱਲਣ ਡਏ ਹੋ। ਪਹਿਲਾਂ ਕੁਝ ਖਾਓ ਪੀਓ, ਘਰ ਚੱਲ ਕੇ। ਮੈਨੂੰ ਜਿਵੇਂ ਉਹਨੂੰ ਚਾਅ ਚੜ੍ਹ ਗਿਆ ਹੋਵੇ ਵੀ ਕੋਈ ਪੰਜਾਬੋਂ ਆਇਆ ਦੇਖ। ਮੁੱਖ ਤੇ ਸੁੱਖ ਉਵੇਂ ਝਲਕ ਰਿਹਾ ਸੀ ਜਿਵੇਂ 5-7 ਮਹੀਨਿਆਂ ਦੀ ਵਿਆਹੀ ਕੁੜੀ ਨੂੰ ਕੋਈ ਉਹਦੇ ਪੇਕਿਆਂ ਤੋਂ ਦਿਖ ਜਾਏ। ਸਾਨੂੰ ਹੌਸਲੇ ਦਿੰਦੇ ਨੇ ਦੱਸਿਆ, ਜਿੱਥੇ ਤੁਹਾਂ ਜਾਣਾ ਉਹ ਲਾਗੇ ਹੀ ਹੈ, ਮੈਂ ਕਾਰ 'ਚ ਛੱਡ ਆਵਾਂਗਾ, ਚਲੋ ਘਰ ਚੱਲੀਏ। ਹੁਣ ਥੋੜ੍ਹਾ ਸੁੱਖ ਦਾ ਸਾਹ ਆਇਆ। ਮੱਛੀ ਮਾਰਕੀਟ ਪਾਰ ਕੀਤੀ ਤਾਂ ਇੱਕ ਵੱਡੀ ਸਾਰੀ ਮਾਰਕੀਟ 'ਚ ਵੜ ਗਏ। ਉੱਥੇ ਉਹੀ ਮੈਡਮ ਤੇ ਉਹਦਾ ਮੁੰਡਾ ਖਰੀਦਦਾਰੀ ਕਰਨ ਤੋਂ ਬਾਅਦ ਰਿਕਸ਼ਾ ਕਰ ਰਹੇ ਸੀ। ਅਸੀਂ ਉਸ ਭੱਦਰ ਪੁਰਸ਼ ਨੂੰ ਦੱਸਿਆ, ਇਹ ਵੀ ਸਾਡੇ ਨਾਲ ਦੇ ਨੇ। ਉਹਨੇ ਥੋੜ੍ਹਾ ਜ਼ੋਰ ਪਾਇਆ, ਮੈਡਮ ਇਹਨਾਂ ਦੇ ਨਾਲ ਹੀ ਤੁਹਾਨੂੰ ਵੀ ਛੱਡ ਆਵਾਂਗਾ ਜੇ ਤੁਸੀਂ ਸਹੀ ਸਮਝੋ, ਬਸ ਲਾਗੇ ਹੀ ਹੈਗੀ ਆਪਣੀ ਰਿਹਾਇਸ਼। ਮੈਡਮ ਹੋਰੀ ਵੀ ਸਾਡੇ ਨਾਲ ਹੋ ਤੁਰੇ। ਅਸੀਂ ਹੁਣ ਬਹੁਤ ਵੱਡੀ ਕੋਠੀ 'ਚ ਦਾਖਲ ਹੋਏ। ਸਾਨੂੰ ਆਇਆਂ ਗਿਆਂ ਵਾਲੀ ਬੈਠਕ 'ਚ ਬਿਠਾਤਾ। ਸੋਫੇ ਬੜੇ ਕਮਾਲ ਦੇ ਸੀ, ਜਮਾਂ ਮਖਮਲੀ, ਫੂਕ ਭਰੀ ਟਿਊਬ ਵਾਂਗੂ, ਜਿਵੇਂ ਮਿਸਤਰੀ ਨੇ ਵਿੱਚ ਲੱਕੜ ਲਾਈ ਨਾ ਹੋਵੇ। ਤੇ ਜਦੋਂ ਅਸੀਂ ਬੈਠੇ ਤਾਂ ਇੱਕ ਵਾਰ ਸੋਫੇ ਜਮਾਂ ਥੱਲੇ ਲੱਗਣ ਲੱਗੇ ਫਰਸ਼ ਨੂੰ, ਫਿਰ ਹੌਲੀ ਉੱਪਰ ਨੂੰ ਆਏ। ਅਸੀਂ ਉੱਠ ਦੇਖੀ, ਉੱਠ ਬੈਠੀਏ। ਕਮਰੇ 'ਚ ਫੁੱਟਬਾਲਾਂ ਦੇ ਖਿਲਾਰੇ ਨੂੰ ਛੱਡ ਕੇ ਬਾਕੀ ਸਭ ਤਰਤੀਬ 'ਚ ਸੀ। ਕੰਧਾਂ 'ਤੇ ਫੁੱਟਬਾਲਰਾਂ ਤੇ ਸਕਾਲਰਾਂ ਦੀਆਂ ਆਦਮਕਦ ਤਸਵੀਰਾਂ ਅਮੀਰੀ ਦਰਸਾ ਰਹੀਆਂ ਸਨ। ਹੁਣ ਇੱਕ ਬੇਹੱਦ ਖੂਬਸੂਰਤ ਔਰਤ ਨੇ ਨਾਰੀਅਲ ਪਾਣੀ ਦੇ ਭਰੇ ਕੰਗਣੀ ਵਾਲੇ ਗਲਾਸ ਫੜਾਏ। ਅਸੀਂ ਫੜਦੇ ਹੀ ਡੱਫ ਲਏ। ਓ ਨੋ ਮੈਮ, ਨੋ ਨੀਡ ਵਰਗੇ 1-2 ਫਿਕਰੇ ਬੋਲ ਕੇ ਮੈਡਮ ਤੇ ਉਹਦੇ ਬੇਟੇ ਨੇ ਵੀ ਪੀ ਲਿਆ। ਨਾਲ ਹੀ ਥੋੜ੍ਹਾ ਘੱਟ ਕਰਨ ਵਾਲੀ ਸ਼ਹਿਰੀ ਬੇਨਤੀ ਵੀ ਕਰੀ ਸੀ। ਜਿੰਨੀ ਉਹ ਔਰਤ ਡੀਲ ਡੋਲ ਤੋਂ ਖੁੱਲ੍ਹੀ ਦਿਖਦੀ ਸੀ, ਉਹ ਤੋਂ ਕਿਤੇ ਜ਼ਿਆਦਾ ਉਹਦਾ ਸੁਭਾਅ ਖੁੱਲ੍ਹਾ ਸੀ। ਰੰਗ ਰੂਪ ਤਾਂ ਰੱਬ ਨੇ ਜਿਵੇਂ ਸਾਰਾ ਉਹਦੇ 'ਤੇ ਹੀ ਖਰਚ ਕਰਤਾ ਹੋਵੇ। ਕੋਈ ਮੇਕਅਪ ਨਹੀਂ, ਬਿਲਕੁਲ ਸਾਦਾ ਮੂੰਹ, ਵੱਡੇ ਨੈਣ ਨਕਸ਼ ਤੇ ਪਹਿਰਾਵਾ ਜਮਾਂ ਫਿਲਮੀ। ਮੈਨੂੰ ਤਾਂ ਉਹ ਹੀਰੋਇਨੀਆਂ ਤੋਂ ਵੀ ਵੱਧ ਸੋਹਣੀ ਲੱਗੇ। ਸਾਡੇ ਨਾਲ ਉਹ ਐਂ ਪੇਸ਼ ਆਈ ਜਿਵੇਂ ਅਸੀਂ ਪੰਜਾਬ ਤੋਂ ਨਹੀਂ ਬਲਕਿ ਉਹਦੇ ਪੇਕਿਆਂ ਤੋਂ ਹੋਈਏ। ਦੋਵੇਂ ਮਾਵਾਂ ਧੀਆਂ ਚਿੱਟੀਆਂ ਟੀ-ਸ਼ਰਟਾਂ ਤੇ ਨੀਲੀਆਂ ਕੈਪਰੀਆਂ 'ਚ ਜਮਾਂ ਪਰੀਆਂ ਵਰਗੀਆਂ ਲੱਗਣ। ਇੰਨੀ ਸੋਹਣੀ ਔਰਤ ਤਾਂ ਉਦੋਂ ਕਦੇ ਟੈਲੀਵਿਜ਼ਨ ਵਿੱਚ ਵੀ ਨਹੀਂ ਦੇਖੀ।
ਉਦਣ ਜਮਾਂ ਨੇੜੇ ਬੈਠੀ ਦੇਖ ਸੰਗ ਜੀ ਲੱਗੀ ਜਾਵੇ, ਬੁੱਲਾਂ 'ਤੇ ਮੁਸਕਰਾਹਟ ਜੀ ਆਈ ਜਾਵੇ। ਅੱਧਾ ਲੀਟਰ ਵਾਲਾ ਗਲਾਸ ਡਕਾਰ ਕੇ ਸਾਡੇ ਨਾਲ ਦੀ ਮੈਡਮ ਨੂੰ ਡਕਾਰ ਆ ਗਿਆ। ਅਜੀਬ ਜਿਹੇ ਹਾਲਾਤ ਬਣ ਗਏ। ਉਹਨੇ ਦਿਖਾਉਣਾ ਤਾਂ ਆਪਣਾ ਸਲੀਕਾ ਚਾਹਿਆ ਸੀ, ਪਰ ਜਦੋਂ ਖਾਲੀ ਗਲਾਸ ਟੇਬਲ 'ਤੇ ਰੱਖ ਕੇ ਫਿਰ ਵਾਪਸ ਸੋਫੇ 'ਤੇ ਬੈਠੀ ਤਾਂ ਸੋਫੇ ਨਾਲ ਹੀ ਥੱਲੇ ਨੂੰ ਗਈ। ਬਸ ਫਿਰ ਜਦੋਂ ਪਾਣੀ ਪੀਤਾ ਗਲ ਕੋਲੋਂ ਥੱਲੇ ਢਿੱਡ 'ਚ ਨੂੰ ਗਿਆ ਤਾਂ ਡਕਾਰ ਆ ਗਿਆ। ਡਕਾਰ ਦੀ ਆਵਾਜ਼ ਮੈਨੂੰ ਬਾਕੀਆਂ ਤੋਂ ਕੁਝ ਜ਼ਿਆਦਾ ਹੀ ਸੁਣੀ। ਮੈਂ ਹੱਸ ਪਿਆ। ਫਿਰ ਹੋਰ ਹਾਸਾ ਨਿਕਲਦਾ ਗਿਆ। ਟੋਨੀ ਵੀ ਹੱਸੇ ਜਾਵੇ। ਪਤਾ ਹੁਣ ਸਾਰਿਆਂ ਨੂੰ ਲੱਗ ਗਿਆ। ਅੱਛਾ, ਹਾਸੇ ਵਾਲੇ ਜ਼ੋਨ 'ਚ ਮੈਂ ਇਕੱਲਾ ਹੀ ਨਹੀਂ ਸੀ ਪਹੁੰਚਿਆ, ਉਹ ਬੱਚੀ ਵੀ ਮੇਰੇ ਨਾਲ ਹੀ ਸੀ। ਕਈ ਵਾਰ ਹੱਸਦੇ ਹੱਸਦੇ ਅਜਿਹੇ ਜ਼ੋਨ 'ਚ ਪਹੁੰਚ ਜਾਂਦੇ ਹਾਂ ਜਿੱਥੋਂ ਵਾਪਸੀ ਬੜੀ ਔਖੀ ਹੁੰਦੀ ਹੈ। ਬੰਦਾ ਆਪਣੇ ਆਪ ਨੂੰ ਵੀ ਭੁੱਲ ਜਾਂਦਾ ਅਤੇ ਬਸ ਹੱਸੀ ਜਾਂਦਾ। ਬਾਕੀਆਂ ਨੇ ਤਾਂ ਜਿਵੇਂ ਤਿਵੇਂ ਮੂੰਹ ਬੰਦ ਕਰ ਲਏ, ਪਰ ਸਾਡਾ ਮੂੰਹ ਟਮਾਟਰ ਵਰਗਾ ਹੋ ਗਿਆ ਸੀ, ਮੇਰਾ ਹੱਸਦੇ ਦਾ ਅਤੇ ਮੈਡਮ ਦਾ ਗੁੱਸੇ। ਵਿਚਾਰੀ ਨੂੰ ਬਹੁਤ ਜ਼ਿਆਦਾ ਬੇਇੱਜ਼ਤੀ ਮਹਿਸੂਸ ਹੋਈ, ਕਿਉਂਕਿ ਉਹ ਤਾਜ਼ਾ ਅੰਗਰੇਜ਼ੀ 'ਚ ਪ੍ਰਭਾਵ ਜੋ ਪਾ ਹਟੀ ਸੀ। ਬੱਚੇ ਤਾਂ ਆਖਰ ਬੱਚੇ ਹੀ ਹੁੰਦੇ ਨੇ, ਭਾਵੇਂ ਉਹ ਕਲਕੱਤੇ ਜੰਮੇ ਹੋਣ ਜਾਂ ਭਗਵਾਨਪੁਰੇ। ਜਦੋਂ ਨੂੰ ਮੈਂ ਧਿਆਨ ਤਸਵੀਰਾਂ ਦੇਖਣ 'ਤੇ ਲਾਇਆ ਕਰਾਂ ਤਾਂ ਉਹ ਬੱਚੀ ਫਿਰ ਹੱਸਾ ਦਿਆ ਕਰੇ, ਮੈਂ ਹੋਰ ਹੱਸਣ ਲੱਗ ਪਿਆ ਕਰਾਂ। ਹੁਣ ਉਹਦੇ ਡਕਾਰ ਦੀ ਨਿਕਲੀ ਅਨੋਖੀ ਆਵਾਜ਼ ਉਹਨੂੰ ਬਹੁਤ ਹੋਰੂ ਜਿਹਾ ਮਹਿਸੂਸ ਕਰਾ ਰਹੀ ਸੀ ਅਤੇ ਸ਼ਰਮਿੰਦਾ ਮੈਨੂੰ ਵੀ ਕਰ ਰਹੀ ਸੀ। ਮਾਹੌਲ ਸਥਿਰਤਾ 'ਚ ਨਹੀਂ ਸੀ ਆ ਰਿਹਾ। ਬੱਚੀ ਦੀ ਮਾਂ ਨੇ ਮੌਕੇ ਦੀ ਨਜ਼ਾਕਤ ਸਮਝ ਉੱਠਣ ਦੀ ਸੈਨਤ ਮਾਰੀ। ਆਜੋ ਦੀਦੀ, ਲਾਇਬ੍ਰੇਰੀ ਦਿਖਾਵਾਂ, ਰੈਨੋਵੇਟ ਕਰਵਾਈ ਹੈ। ਇੱਕ ਗੱਲ ਬੰਗਾਲ 'ਚ ਮਸ਼ਹੂਰ ਹੈ ਕਿ ਰਸੋਈ ਜਾਂ ਮੰਦਰ ਬਿਨਾਂ ਤਾਂ ਘਰ 'ਚ ਸਰ ਸਕਦਾ, ਪਰ ਲਾਇਬ੍ਰੇਰੀ ਬਿਨਾਂ ਨਹੀਂ। ਉੱਥੇ ਹਰੇਕ ਘਰ 'ਚ ਲਾਇਬ੍ਰੇਰੀ ਹੁੰਦੀ ਹੈ, ਉਹ ਵੀ ਪੂਰੀ ਵਧੀਆ ਵਾਲੀ। ਦੋਵਾਂ ਦੇ ਉੱਠ ਕੇ ਜਾਣ ਦੀ ਦੇਰ ਸੀ ਕਿ ਦੇਰ ਤੋਂ ਹਾਸਾ ਰੋਕੀ ਬੈਠਿਆਂ ਨੇ ਵੀ ਖੋਲ੍ਹ ਤੇ ਨੱਕੇ। ਹਾਂ, ਉਹ ਮੈਡਮ ਦਾ ਮੁੰਡਾ ਵਿਚਾਰਾ ਘੁੱਟ ਕੇ ਹੱਸ ਰਿਹਾ ਸੀ, ਚਾਹੁੰਦਾ ਹੋਇਆ ਵੀ ਖੁੱਲ੍ਹ ਕੇ ਨਹੀਂ ਸੀ ਹੱਸ ਸਕਦਾ। ਫਿਰ ਗੱਲ ਵੀ ਬੜੀ ਅਜੀਬ ਸੀ। ਮਾਂ ਤਾਂ ਮਾਂ ਹੁੰਦੀ ਹੈ। ਸਾਡੇ ਸਾਰਿਆਂ 'ਚੋਂ ਸਭ ਤੋਂ ਜ਼ਿਆਦਾ ਉਹ ਨੰਨੀ ਪਰੀ ਹੱਸੀ। ਉਹਦੇ ਅੱਖਾਂ 'ਚੋਂ ਪਾਣੀ ਨਾ ਰੁਕੇ, ਐਂ ਲੱਗੇ ਜਿਵੇਂ ਉਹਨੂੰ ਸਾਹ ਹੀ ਨਹੀਂ ਆਉਣਾ। ਦੋਵੇਂ ਹੱਥਾਂ ਨੂੰ ਢਿੱਡ ਦੁਆਲੇ ਕਰ ਉਹ ਕਦੇ ਪੈਰਾਂ ਭਾਰ ਬੈਠ ਜਾਏ, ਕਦੇ ਖੜੀ ਹੋਵੇ, ਹੱਸ ਕੇ ਦੂਰੀ ਤੀਰੀ ਹੋਈ ਜਾਵੇ। ਉਹਦਾ ਪਿਓ ਉਹਨੂੰ ਝਿੜਕ ਕੇ ਰੋਕਦਾ ਹੋਇਆ ਆਪਦਾ ਰੁਕਿਆ ਹਾਸਾ ਛੇੜ ਲਿਆ ਕਰੇ। ਮੈਨੂੰ ਲੱਗਦਾ ਇੰਨਾ ਹਾਸਾ ਸੁਣ ਕੇ ਉਹ ਮੈਡਮ ਦੂਜੇ ਕਮਰਿਆਂ 'ਚ ਵੀ ਮੱਚੀ ਹੋਊ ਮੇਰੇ 'ਤੇ। ਲੋਟ-ਪੋਟ ਹੁੰਦਿਆਂ ਨੂੰ ਸਾਨੂੰ ਟੈਲੀਫੋਨ ਦੀ ਘੰਟੀ ਨੇ ਲੋਟ ਜਿਹਾ ਕਰਿਆ। ਘੰਟੀ ਵੱਜੀ ਤਾਂ ਅਸੀਂ ਸੰਭਲੇ ਸੀ। ਧੰਨਵਾਦ।